So, after my brief introduction, let us start today's talk with एक फतेह गज के वाहेगुरु जी का खालसा वाहेगुरु जी की फतेह। आंदा ना जोश? हाँ, यस, इट्स ट्रूली। मेरा इंट्रोडक्शन ਤੁਹਾਨੂੰ ऑलरेडी मिल गया है। आई एम एन आयुर्वेदिक फिजिशियन और ਅੱਜ ਤੁਹਾਨੂੰ ਆਈਡੀਆ ਹੋਏਗਾ ਕਿ ਅਸੀਂ ਗੱਲਬਾਤ ਕਰਾਂਗੇ ਕਿਹਦੇ ਬਾਰੇ? ਹੈਲਥ ਬਾਰੇ, ਰਾਈਟ। ਔਰ ਮੇਰੇ ਕੋਲ ਇਸ ਵੇਲੇ ਸਟੂਡੈਂਟਸ ਵੀ ਹੈਗੇ ਨੇ ਔਰ ਸਟਾਫ ਮੈਂਬਰਸ ਵੀ ਹੈਗੇ ਨੇ। ਗੁੱਡ। ਕਿਹਨੂੰ ਪਹਿਲਾਂ ਐਂ ਲੱਗਦਾ ਹੈ ਕਿ ਇਹ ਟੌਪਿਕ ਕਿੰਨਾ ਕੁ ਜ਼ਰੂਰੀ ਹੈ ਡਿਸਕਸ ਕਰਨਾ ਅੱਜ ਦੇ ਟਾਈਮ ਦੇ ਵਿੱਚ? ਡਜ਼ ਇਟ ਐਕਚੁਅਲੀ ਹੋਲਡ ਐਨੀ ਇੰਪੋਰਟੈਂਸ? ਕਿ ਹੈਲਥ ਦੀ ਗੱਲ ਤੇ ਸਭ ਪਾਸੇ ਚੱਲ ਰਹੀ ਹੈ ਅੱਜ ਕੱਲ੍ਹ, ਤੇ ਸਾਰੇ ਹੀ ਹੈਲਥ ਐਂਥੂਸੀਆਸਟ ਨੇ, ਨਹੀਂ? ਸਭ ਨੂੰ ਪਤਾ ਹੈ ਵਧੀਆ ਜੀਵਨ ਕਿਵੇਂ ਜੀਣਾ ਹੈ, ਸਭ ਨੂੰ ਪਤਾ ਹੀ ਹੈ, ਰਾਈਟ? ਤਾਂ ਇੰਪੋਰਟੈਂਟ ਹੈ। ਚਲੋ ਮੈਂ ਇੱਕ ਨਜ਼ਰੀਆ ਦਿੰਦੀ ਹਾਂ ਤੁਹਾਨੂੰ ਕਿ ਸ਼ਾਇਦ ਉਸ ਨਜ਼ਰੀਏ ਨੂੰ ਤੁਸੀਂ ਨਹੀਂ ਸਮਝਿਆ ਹੋਣਾ ਕਿ ਇਹ ਕਿਉਂ ਇੰਪੋਰਟੈਂਟ ਹੈ। ਮੈਨੂੰ ਇਹ ਦੱਸੋ ਕਿ ਅੱਜ ਦੀ ਡੇਟ ਦੇ ਵਿੱਚ ਹਾਊ ਮੈਨੀ ਪੀਪਲ ਯੂ ਸੀ ਡਾਇੰਗ ਫਰੋਮ TB? ਕਿੰਨੇ ਲੋਕੀ TB ਨਾਲ ਮਰਦੇ ਨੇ? TB ਦੀ ਬਿਮਾਰੀ ਪਤਾ ਹੈ ਨਾ? TB ਦੀ ਬਿਮਾਰੀ ਹੁੰਦੀ ਹੈ, ਸੁਣਿਆ ਆਲੇ ਦੁਆਲੇ ਕਿਸੇ ਨੂੰ, ਹੈ ਨਾ? ਡੈਥ ਹੁੰਦੀ ਹੈ TB ਨਾਲ, ਕਾਮਨ ਹੈ। ਕਿਹਦੇ? ਅੱਛਾ ਲਾਸਟ ਦੱਸੋ, ਇੱਕ ਸਾਲ ਦੇ ਵਿੱਚ ਕਿੰਨੇ ਸੁਣਿਆ TB ਨਾਲ ਡੈਥ ਹੋਈ ਹੈ? ਹੱਥ ਖੜਾ ਕਰੋ। No, these days people don't die of TB. We have science बहुत तरक्की कर गई है, हेल्थ सेक्टर बहुत तरक्की कर गया है। ਅੱਜ ਤੇ ਗਵਰਨਮੈਂਟ ਹਸਪਤਾਲ 'ਚ ਵੀ ਟ੍ਰੀਟਮੈਂਟ ਅਵੇਲੇਬਲ ਹੈ, ਐਂਟੀ ਟੂਬਰਕੁਲੋ ATT ਟ੍ਰੀਟਮੈਂਟ ਹੁੰਦਾ ਹੈ, 9 ਮਹੀਨੇ ਦਵਾਈ ਖਾਓ ਫਿਰ ਠੀਕ। Have you seen people dying of cholera? Cholera ਪਤਾ ਹੈ ਬਿਮਾਰੀ ਹੈ ਜਾ? ਵਾਇਰਲ ਇਨਫੈਕਸ਼ਨ ਹੋ ਜਾਂਦਾ ਹੈ, ਸਟੂਲਸ ਆਉਂਦੇ। Have you seen people dying of cholera? ਮੈਡੀਕਲ ਸਾਇੰਸ ਬਹੁਤ ਤਰੱਕੀ ਕਰ ਗਈ ਹੈ, ਜਲਦੀ ਕਿਸੇ ਨੂੰ ਮਰਨ ਨਹੀਂ ਦਿੰਦੀ। ਐਮਰਜੈਂਸੀਜ਼ ਟੈਕਲ ਹੁੰਦੀਆਂ ਨੇ ਇਸ ਤਰ੍ਹਾਂ ਦੀਆਂ, ਹੈ ਨਾ? ਵੀ ਹੈਵ ਵੈਕਸੀਨੇਸ਼ਨ ਸਿਸਟਮ, ਅਤੇ ਇੰਨੀ ਸਿਕਿਉਰ ਹੈ ਸਾਡੀ ਹੈਲਥ। ਤਾਂ ਫਿਰ ਹੈਲਥ ਬਾਰੇ ਆਪਾਂ ਕਿਉਂ ਗੱਲ ਕਰੀਏ? ਬਿਮਾਰ ਹੋਵਾਂਗੇ ਡਾਕਟਰ ਕੋਲ ਜਾਵਾਂਗੇ, ਇਲਾਜ ਕਰਾਵਾਂਗੇ, ਠੀਕ ਹੋ ਜਾਵਾਂਗੇ। ਐਡੀ ਬਿਮਾਰੀਆਂ ਤਾਂ ਡਾਕਟਰ ਠੀਕ ਕਰ ਦਿੰਦੇ ਨੇ ਅੱਜ ਕੱਲ੍ਹ। ਹੁਣ ਦੱਸੋ ਫਿਰ ਕਿਉਂ ਗੱਲ ਕਰੀਏ ਹੈਲਥ ਬਾਰੇ? ਅੱਛਾ, ਜਦੋਂ ਇਹਦੇ ਨਾਲ ਤੁਸੀਂ ਡੈਥ ਨਹੀਂ ਰਿਪੋਰਟ, ਤੁਸੀਂ ਵਾਟ ਡੂ ਯੂ ਹੈਵ ਸੀਨ ਕਿ ਪੀਪਲ ਅੱਜ ਕੱਲ੍ਹ ਕਾਹਦੇ ਨਾਲ ਮਰ ਰਹੇ ਨੇ? ਕਿਹੜੀ ਪ੍ਰੋਬਲਮਸ? ਕੈਂਸਰ, ਯੈਸ, ਸਮਬਡੀ ਸੈਡ ਡਾਇਬੀਟੀਜ਼, ਹਾਰਟ ਅਟੈਕਸ, ਸਮਥਿੰਗ ਮੋਰ, ਡਿਪਰੈਸ਼ਨ। ਅੱਜ ਤੋਂ ਜ਼ਿਆਦਾ ਨਹੀਂ, 30-40 ਸਾਲ ਪਹਿਲਾਂ ਇਹ ਚੀਜ਼ਾਂ ਸੁਣੀਆਂ, ਤੁਹਾਡੇ ਬਜ਼ੁਰਗਾਂ ਨੇ ਇਹ ਚੀਜ਼ਾਂ ਸੁਣੀਆਂ ਸੀ? ਜੇ ਤੁਸੀਂ ਆਪਣੀ ਦਾਦੀ ਮਾਂ ਨਾਲ ਗੱਲ ਕਰੋ, ਦਾਦੀ ਮਾਂ ਡਿਪਰੈਸ਼ਨ ਕੀ ਹੁੰਦਾ ਉਹਨਾਂ ਨੂੰ ਪਤਾ ਸੀ? ਪਤਾ ਹੀ ਨਹੀਂ ਸੀ। ਦੇ ਡੋਂਟ ਨੋ। ਡਾਇਬੀਟੀਜ਼, ਸ਼ੂਗਰ ਕੀ ਹੁੰਦੀ ਹੈ ਉਹਨਾਂ ਨੂੰ ਪਤਾ ਸੀ? ਨੋ। ਕੈਂਸਰ ਵਰਗੀ ਬਿਮਾਰੀਆਂ, ਤੁਸੀਂ ਆਪ ਆਨਸਰ ਦੇ ਦਿੱਤਾ, ਤੁਹਾਨੂੰ ਪਤਾ? ਯੂ ਹੈਵ ਗਿਵਨ ਦਾ ਆਨਸਰ ਆਫ ਮਾਈ ਕੁਐਸਚਨ ਕਿ ਅੱਜ ਕੱਲ੍ਹ ਕੀ ਹੋ ਰਿਹਾ ਹੈ। ਲਾਈਕ ਸਾਇੰਸ ਇੰਨੀ ਤਰੱਕੀ ਕਰ ਗਈ ਹੈ ਕਿ ਵੀ ਹੈਵ ਫੌਟ ਆਲ ਦੋਜ਼ ਡ੍ਰੈਡਡ ਡਿਜ਼ੀਜ਼ਸ। ਅਸੀਂ ਬਹੁਤ ਸਾਰੀਆਂ ਬਿਮਾਰੀਆਂ ਤੋਂ ਲੜਨ ਦਾ ਯੁਕਤੇ ਕੱਢ ਲੈਣੇ, ਬਟ ਵੀ ਆਰ ਡਾਇੰਗ ਟੂਡੇ ਆਫ ਲਾਈਫ ਸਟਾਈਲ ਡਿਸਆਰਡਰਸ। ਇਹ ਸਾਰੀਆਂ ਚੀਜ਼ਾਂ ਕਿਹਦੇ ਅੰਦਰ ਆਉਂਦੀਆਂ ਨੇ? ਲਾਈਫ ਸਟਾਈਲ। ਅਸੀਂ ਕਿਹੋ ਜਿਹਾ ਕਿਵੇਂ ਜਿਹਾ ਆਪਾਂ ਜੀਵਨ, ਇੱਥੇ ਹੀ ਆਨਸਰ ਹੈ। ਜੇ ਆਪਾਂ ਦਾਦੀ ਮਾਂ ਦਾ ਜੀਵਨ ਔਰ ਆਪਣੇ ਜੀਵਨ ਨੂੰ ਕੰਪੇਅਰ ਕਰੀਏ ਤਾਂ ਇਟ ਇਜ਼ ਡਿਫਰੈਂਟ। है डिफरेंस कि नहीं है? बिकॉज ऑफ दैट फॉल्टी लाइफ स्टाइल एंड डाइट वी आर डाइंग ऑफ दिस। तो मैं एक सेंटेंस कहती हाँ, यू कैन वेरी वैल आइडेंटिफाई तुसी ਉਹਦੇ ਨਾਲ कि ਅਸੀਂ ਜੀਂਦੇ ਬਹੁਤ ਘੱਟ ਹਾਂ ਅੱਜ ਦੀ ਡੇਟ ਦੇ ਵਿੱਚ ਔਰ ਮਰਦੇ ਬਹੁਤ ਜ਼ਿਆਦਾ ਹਾਂ। ਵੀ ਆਰ ਲਿਵਿੰਗ ਟੂ ਸ਼ਾਰਟ ਐਂਡ ਡਾਈਂਗ ਟੂ ਲੌਂਗ। ਕਿਉਂਕਿ ਇਹ ਜਿਹੜੀ ਬਿਮਾਰੀਆਂ ਨੇ, ਅੱਜ ਅਗਰ ਕੈਂਸਰ ਡਿਟੈਕਟ ਹੁੰਦਾ ਹੈ, ਉਸ ਤੋਂ ਬਾਅਦ ਕੀ ਹੁੰਦਾ ਸਫ਼ਰ? ਪਹਿਲੀ ਗੱਲ ਤਾਂ ਕਿਸੇ ਨੂੰ ਫਸਟ ਸਟੇਜ 'ਚ ਡਿਟੈਕਟ ਹੋ ਜਾਏ, ਬਹੁਤ ਵੱਡੀ ਵਾਹਿਗੁਰੂ ਜੀ ਦੀ ਕਿਰਪਾ ਹੋਵੇ, ਨਹੀਂ ਤੇ ਇਟ ਇਜ਼ ਮੋਸਟਲੀ ਡਿਟੈਕਟੇਬਲ ਐਟ ਐਂਡ ਸਟੇਜ ਓਨਲੀ। ਮੋਸਟ ਆਫ ਦ ਕੇਸਿਸ ਇੰਨਾ ਸਾਇਲੈਂਟ ਹੈ ਅੱਜ ਕੱਲ੍ਹ।
ਦੈਨ ਉਸ ਤੋਂ ਬਾਅਦ ਕੀਮੋਥੈਰੇਪੀਜ਼। ਕੀ ਕਿਸ ਤਰ੍ਹਾਂ ਦਾ ਜੀਵਨ ਹੁੰਦਾ ਜਦੋਂ ਬੰਦਾ ਕੀਮੋਜ਼ ਲੈ ਰਿਹਾ ਹੁੰਦਾ ਹੈ? ਇਜ਼ ਇਟ ਵੈਰੀ, ਇਟ ਇਜ਼ ਪੇਨਫੁਲ। ਯੂ ਆਲ ਹੈਵ ਸੀਨ ਬਿਕੋਜ਼, ਔਰ ਇਹ ਕਿੰਨਾ ਕੁ ਕਾਮਨ ਹੈ। ਚਲੋ ਮੈਂ ਕੈਂਸਰ ਦੀ ਗੱਲ ਛੱਡਾਂ, ਡਾਇਬੀਟੀਜ਼ ਲੈ ਲੈਂਦੀ ਹਾਂ। ਆਈ ਥਿੰਕ ਵੀ ਆਲ ਹੈਵ ਵਨ ਮੈਂਬਰ ਐਟ ਹੋਮ ਔਰ ਅ ਫੈਮਿਲੀ ਹੂ ਹੈਜ਼ ਡਾਇਬੀਟੀਜ਼। ਇਜ਼ ਇਟ ਟਰੂ? ਇਟ ਇਜ਼ ਸੋ ਕਾਮਨ। ਇੰਡੀਆ ਤੇ ਹੁਣ ਡਾਇਬੀਟਿਕ ਕੈਪੀਟਲ ਬਣਨ ਵਾਲਾ ਹੈ ਬਹੁਤ ਜਲਦੀ ਪੂਰੇ ਵਰਲਡ ਵਿੱਚ। ਤੇ ਡਾਇਬੀਟੀਜ਼ ਦੇ ਇਨਸਾਨ ਦਾ ਜੀਵਨ ਹੁੰਦਾ? ਸ਼ੂਗਰ ਦਾ ਮਰੀਜ਼ ਕਿੰਨੇ ਪਰਹੇਜ਼ਾਂ 'ਚ ਜਿੰਦਾ? ਇਜ਼ ਹੀ ਲਿਵਿੰਗ? ਇਜ਼ ਹੀ ਲਿਵਿੰਗ ਹਿਜ਼ ਲਾਈਫ? No, he's not living. And the correct word is dying too long. ਇਹ ਤਾਂ ਮਰਨਾ ਹੀ ਹੈ। ਆਪਣੇ ਚਾਹ ਦਾ ਤੁਸੀਂ ਜੀਵਨ ਨਹੀਂ ਜੀ ਪਾ ਰਹੇ ਹੋ। So that is why ਅੱਜ ਹੈਲਥ ਦੀ ਗੱਲ ਕਰਨੀ ਬਹੁਤ ਇੰਪੋਰਟੈਂਟ ਹੈ। ਐਂਡ ਆਈ ਫੀਲ ਬਲੈਸਡ ਬਿਕੋਜ਼ ਮੈਨੂੰ ਆਪਣੀ ਲਾਈਫ ਦੇ ਵਿੱਚ ਆਯੁਰਵੇਦ ਪੜ੍ਹਨ ਦਾ ਮੌਕਾ ਮਿਲਿਆ। ਆਯੁਰਵੇਦ, ਐਜ਼ ਮੈਮ ਸੈਡ, it is the oldest science of India. ਸਾਡੇ ਇਹਦੀ ਜੀ ਜਨਨੀ ਹੈ ਉਹ ਸਾਡਾ ਭਾਰਤ ਵਰਸ਼ ਹੈ। ਇਹ ਇੰਡੀਆ ਦੀ ਸਾਇੰਸ ਹੈ। ਐਂਡ ਆਯੁਰਵੇਦਾ ਅਗਰ ਮੈਨੂੰ 2 ਪਾਰਟਸ 'ਚ ਡਿਵਾਈਡ ਕਰਾਂ, ਆਯੂ ਇਜ਼ ਲਾਈਫ, ਆਯੂ ਨੂੰ ਲਾਈਫ ਕਿਹਾ ਗਿਆ ਹੈ, ਰਾਈਟ? ਐਂਡ ਵੇਦਾ ਇਜ਼ ਸਾਇੰਸ। ਵੇਦਾ ਮੀਨਸ ਸਾਇੰਸ। ਤੋ ਜਸ ਸਾਇੰਸ ਆਫ ਲਾਈਫ, ਸਾਡੀ ਲਾਈਫ ਦੀ ਸਾਇੰਸ ਹੈ। ਔਰ ਜਿੰਨਾ ਪੋਰਸ਼ਨ ਇਹਦੇ ਵਿੱਚ ਡਿਜ਼ੀਜ਼ ਦੀ ਟ੍ਰੀਟਮੈਂਟ ਨੂੰ ਲੈ ਕੇ ਨਾ, ਕਿਸੇ ਰੋਗ ਨੂੰ ਠੀਕ ਕਿਵੇਂ ਕਰਨਾ ਹੈ, ਜਿੰਨਾ ਪੋਰਸ਼ਨ ਇਹਦੇ ਉੱਤੇ ਲਿਖਿਆ ਗਿਆ, ਉਸ ਤੋਂ ਵੱਧ ਪੋਰਸ਼ਨ ਲਿਖਿਆ ਗਿਆ ਹੈ ਕਿ ਬਿਮਾਰੀ ਤੋਂ ਬਚਣਾ ਕਿਵੇਂ ਹੈ, ਰਾਈਟ? ਦ ਸਾਇੰਸ ਆਫ ਪ੍ਰੀਵੈਂਸ਼ਨ। ਆਯੁਰਵੇਦ 'ਚ ਇੱਕ ਲਾਈਨ ਕਿਤੇ ਕਹੀ ਜਾਂਦੀ ਹੈ, ਬਿਕੋਜ਼ ਵੀ ਵਰ ਮੇਡ ਟੂ ਲਰਨ ਸੋ ਮੈਨੀ ਸ਼ਲੋਕਾਸ। ਬਿਕੋਜ਼ ਅਸੀਂ ਕੀ ਪੜ੍ਹਦੇ ਹਾਂ ਬੇਸਿਕਲੀ? ਚਰਕ, he was the father of medicine. अगर तुसी कदी अपने गूगल करो, who is the father of medicine in India, he is Charak. And who is the father of surgery? Sushruta. आज जिहड़ी सर्जिकल मतलब इन्ना एलोपैथिक साइंस इन्नी डेवलप कर दी है, ਉਹਦਾ ਜਿਹੜਾ मेन फादर मन्ने जाते हैं, he is from Ayurveda, Sushruta. तो बेसिकली we read those ग्रंथ ड्यूरिंग आ सिलेबस। बहुत कुछ संस्कृत च पढ़ना पैंदा है। तो संस्कृत च वो कहते हैं स्वस्थस्य स्वास्थ्य रक्षणम, स्वस्थ दे स्वास्थ्य की रक्षा करना, और आतुरस्य विकार प्रशमनम, मतलब आतुर मतलब रोगी नूं कहा गया, ਉਹਦੇ डिजीज़ नूं दूर करना। यही आयुर्वेद का एक मंतव है, हाँ, मोटिव है, राइट? सो टुडे हेयर आई एम सी सो मैनी डिजीज़ ट्रीटमेंट ਲਈ ਤੇ बहुत सारे लोग बैठे, बट प्रिवेंशन ट्रीटमेंट डॉक्टर के हथ विच है, बट प्रिवेंशन किहदे हथ विच है? साडे हथ च। So know your power, first of all, what you can do to prevent these lifestyle disorders, because it is very common these days. और ਇਹ ਚੀਜ਼ਾਂ ਹੁਣ genetic भी ਹੁੰਦੀਆਂ ਜਾ ਰਹੀਆਂ ਨੇ slowly. See, the faulty lifestyle of mother has turned up कि ਉਹ ਅੱਗੇ during pregnancy carry ਹੋ ਜਾਂਦੀ ਹੈ, और ਬੱਚੇ by birth ਇਸ ਤਰ੍ਹਾਂ ਦੀ ਪ੍ਰੋਬਲਮਸ ਲੈ ਕੇ ਵੀ ਪੈਦਾ ਹੋ ਰਹੇ ਨੇ। तो बहुत ਡੂੰਘੀ मतलब सोच ਕਰਨ ਦੀ ਲੋੜ ਹੈ, और बहुत ही ਅਮੂਲ ਕਹਿੰਦੇ ਨੇ ਕਿ ਅਮੂਲ-ਚੂਲ ਪਰਿਵਰਤਨ ਕਰਨ ਦੀ ਲੋੜ ਹੈ ਹੁਣ ਸਾਨੂੰ। ਕਿਹਦੇ ਵਿੱਚ? ਆਪਦੇ ਡਾਈਟ ਔਰ ਲਾਈਫਸਟਾਈਲ ਦੇ ਵਿੱਚ। ਹੁਣ ਤੁਹਾਨੂੰ ਇਹਦੀ ਇੰਪੋਰਟੈਂਸ ਜਾਂ ਗ੍ਰੈਵਿਟੀ ਸਮਝ ਆਉਂਦੀ ਹੈ ਕਿ ਜੀਵਨ ਕਿਸ ਤਰ੍ਹਾਂ ਦਾ ਹੋਣਾ ਚਾਹੀਦਾ ਸਾਡਾ, ਕਿ ਅਸੀਂ ਇਸ ਤਰ੍ਹਾਂ ਦੀ ਬਿਮਾਰੀਆਂ ਤੋਂ ਬਚੀਏ ਆਉਣ ਵਾਲੇ ਟਾਈਮ ਦੇ ਵਿੱਚ। ਬਿਕੋਜ਼ ਏਜਿੰਗ ਤੁਹਾਨੂੰ ਪਤਾ ਹੀ ਹੈ ਹੁਣ ਅੱਜ ਕੱਲ੍ਹ ਡੀਜਨਰੇਟਿਵ ਡਿਸਆਰਡਰਸ, ਉਹਦੇ ਵਿੱਚ ਹੀ ਮੈਂ ਤੁਹਾਨੂੰ ਦੱਸਾਂ ਕਿ ਜਿਵੇਂ ਗੋਡੇ, ਨੀ ਪ੍ਰੋਬਲਮਸ ਆ ਜਾਂਦੀ ਹੈ। ਐਜ਼ अर्ਲੀ ਐਜ਼ 30-35 ਈਅਰਸ ਆਈ ਐਮ ਸੀਇੰਗ ਪੇਸ਼ੈਂਟ ਆਫ ਨੀ ਰਿਪਲੇਸਮੈਂਟਸ। ਇੰਨੀ अर्ਲੀ ਨੀ ਰਿਪਲੇਸਮੈਂਟਸ ਹੋ ਰਹੇ ਨੇ। ਇਸ ਤਰ੍ਹਾਂ ਦੀ ਚੌਕੜੀ ਮਾਰ ਕੇ ਬਹਿਣਾ 20 ਸਾਲ ਦੇ ਬੱਚੇ ਲਈ ਔਖਾ ਹੋ ਗਿਆ ਅੱਜ। ਅੱਧੇ ਘੰਟੇ ਤੋਂ ਜ਼ਿਆਦਾ ਚੌਕੜੀ ਨਹੀਂ ਵੱਜਦੀ। ਸੋ ਕਿੱਥੇ ਫਾਲਟ ਹੋ ਗਿਆ, ਕਿੱਥੇ ਗਲਤੀ ਹੋ ਗਈ? ਆਈਏ ਉਸ ਗੱਲਾਂ ਨੂੰ ਸਮਝੀਏ। ਆਯੁਰਵੇਦ ਕੀ ਕਹਿੰਦਾ ਹੈ? ਆਯੁਰਵੇਦ ਦਾ ਇੱਕ ਟੌਪਿਕ ਹੈ ਜਿਹੜਾ ਅੱਜ ਮੈਂ ਤੁਹਾਡੇ ਨਾਲ ਡਿਸਕਸ ਕਰਨ ਜਾ ਰਹੀ ਹਾਂ ਨਾ। ਆਈ ਥਿੰਕ ਯੂ ਨੋ ਨਾਓ ਦ ਇੰਪੋਰਟੈਂਸ ਆਫ ਦਿਸ ਥਿੰਗ, ਕਿ ਇਹਨੂੰ ਕਿਉਂ ਸਮਝਣਾ ਜ਼ਰੂਰੀ ਹੈ, ਅਸੀਂ ਕਿੱਥੇ ਗਲਤੀ ਕਰ ਰਹੇ ਹਾਂ, ਹੈ ਨਾ। ਮੇਨ ਉਹਨਾਂ ਚੀਜ਼ਾਂ 'ਤੇ ਅਸੀਂ ਗੱਲਬਾਤ ਕਰਾਂਗੇ। ਔਰ ਇਹ ਸਵਸਥ ਵ੍ਰਤ ਦਾ ਟੌਪਿਕ ਹੁੰਦਾ ਸਾਡੇ ਅੰਦਰ। ਆਈ ਹੈਵ ਗਿਵਨ ਯੂ 1 ਬ੍ਰੋਸ਼ਰਸ ਤੁਹਾਨੂੰ ਮਿਲੇ ਨੇ, ਰਾਈਟ? ਇਟ ਇਜ਼ ਇਨ ਇੰਗਲਿਸ਼ ਐਂਡ ਪੰਜਾਬੀ ਬੋਥ। ਸੋ ਮੈਂ ਇਹਦੇ ਥਰੂ ਹੀ ਗੱਲ ਕਰਦੀ ਹਾਂ, ਇਹਨਾਂ ਪੁਆਇੰਟਸ ਦੇ ਥਰੂ ਹੀ ਤੁਹਾਨੂੰ ਸਮਝਾਉਣ ਦੀ ਕੋਸ਼ਿਸ਼ ਕਰਾਂਗੀ
ਕਿ ਅਸੀਂ ਕੀ ਫੈਕਟਸ ਨੇ ਤੇ ਕੀ ਮਿਥ ਨੇ ਤੇ ਅੱਜ ਦੇ ਟਾਈਮ ਦੇ ਵਿੱਚ ਸਾਨੂੰ ਕਿਸ ਤਰ੍ਹਾਂ ਦਾ ਧਿਆਨ ਰੱਖਣਾ ਚਾਹੀਦਾ ਆਪਣੇ ਖਾਣ ਪਾਣ ਦਾ। ਔਰ ਇਸ ਨਾਲ ਰਿਲੇਟਡ ਅਗਰ ਕੋਈ ਵੀ ਕੁਐਸਚਨ ਤੁਹਾਡੇ ਮਾਈਂਡ 'ਚ ਆਉਂਦਾ ਹੈ ਤੇ ਯੂ ਪਲੀਜ਼ ਕੀਪ ਇਟ ਵਿਦ yourself। ਮੈਂ ਐਟ ਦ ਐਂਡ ਆਫ ਦ ਸੈਸ਼ਨ ਆਈ ਵਿਲ ਟੇਕ ਦੋਸ ਕੁਐਸਚਨਸ ਆਲਸੋ, ਠੀਕ ਹੈ, ਡੈਫੀਨੇਟਲੀ। ਸੋ ਵਿਲ ਕੀਪ ਇਟ ਇੰਟਰੈਕਟਿਵ ਸੈਸ਼ਨ, ਮੈਂ ਖਾਲੀ ਲੈਕਚਰ ਨਹੀਂ ਲਵਾਂਗੀ ਇੱਥੇ, ਠੀਕ ਹੈ, ਵਿਲ ਕੀਪ ਔਨ ਟਾਕਿੰਗ। ਸੋ ਫਸਟ ਆਫ ਆਲ ਜਿਹੜਾ ਮੈਂ ਤੁਹਾਨੂੰ ਦੱਸਿਆ ਕਿ ਆਯੁਰਵੈਦਿਕ ਆਹਾਰ ਅਤੇ ਜੀਵਨ ਸ਼ੈਲੀ ਦੀਆਂ ਟਿਪਸ ਫॉर strong physical and mental health। Now here I am to talk about both physical and mental health। ਇਹ hand in hand ਚੱਲਦੇ ਨੇ, ਕਿਉਂਕਿ ਜਦੋਂ ਕੈਂਸਰ ਔਰ ਡਾਇਬੀਟੀਜ਼ ਵਰਗੀ ਗੱਲਾਂ ਹੋ ਰਹੀਆਂ ਸੀਗੀਆਂ ਤੇ ਇੱਥੋਂ ਡਿਪਰੈਸ਼ਨ ਵਰਡ ਵੀ ਨਿਕਲ ਕੇ ਆਇਆ ਸੀਗਾ। ਇਜ਼ ਅ ਡਿਪਰੈਸ਼ਨ ਫਿਜ਼ੀਕਲ ਡਿਸਆਰਡਰ ਔਰ ਅ ਮੈਂਟਲ ਡਿਸਆਰਡਰ? ਯੈਸ। ਸੋ ਬੋਥ ਥਿੰਗਸ ਗੋ ਹੈਂਡ ਇਨ ਹੈਂਡ। ਔਰ ਅਸੀਂ ਮੰਨਦੇ ਹਾਂ ਕਿ ਕੋਈ ਵੀ ਬਿਮਾਰੀ ਪਹਿਲਾਂ ਮਾਈਂਡ 'ਚ ਡਿਵੈਲਪ ਹੁੰਦੀ ਹੈ, ਉਸ ਤੋਂ ਬਾਅਦ ਸਰੀਰ 'ਚ ਆਉਂਦੀ ਹੈ, ਰਾਈਟ। ਔਰ ਇਹ ਤੁਹਾਨੂੰ ਹੁਣ ਹੋਰ ਵੀ ਕਲੀਅਰ ਹੋਏਗਾ ਜਿਸ ਤਰ੍ਹਾਂ ਤੁਸੀਂ ਇਸ ਚੀਜ਼ ਨੂੰ ਸਮਝੋਗੇ। ਤੇ ਬਹੁਤ ਜ਼ਰੂਰੀ ਹੈ ਆਪਣੇ ਬੋਡੀ ਦੇ ਨਾਲ ਨਾਲ ਆਪਣੇ ਮਾਈਂਡ ਦੇ ਉੱਤੇ ਵੀ ਕੰਮ ਕਰਨਾ। ਵੀ ਆਰ ਆਲਸੋ ਬਲੈਸਡ ਕਿ ਸਾਡੇ ਕੋਲ ਇਸ ਤਰ੍ਹਾਂ ਦੇ ਗੁਰੂ ਮਹਾਰਾਜ ਹੈਗੇ ਨੇ ਜਿਹੜੇ ਕੰਟੀਨਿਊਸਲੀ ਸਾਡੇ ਮਾਈਂਡ 'ਤੇ ਕੰਮ ਕਰਦੇ ਨੇ। ਆਪਾਂ ਲੈਂਦੇ ਉਹਨਾਂ ਦਾ ਓਟ ਆਸਰਾ, ਡੇਲੀ ਲੈਂਦੇ ਆ। ਸਪਿਰਿਚੁਅਲਿਟੀ, ਕਿਉਂਕਿ WHO ਵੀ ਕਹਿੰਦਾ ਹੈ ਕਿ ਅਗਰ ਕੋਈ ਪਰਸਨ ਹੈਲਦੀ ਹੈ ਤੇ ਕੌਣ ਮੈਨੂੰ WHO ਦੀ ਡੈਫੀਨੇਸ਼ਨ ਦੱਸ ਸਕਦਾ ਹੈ ਹੈਲਥ ਦੀ? ਐਨੀਬਡੀ ਨੋਜ਼ ਵਾਟ ਇਜ਼ ਵਰਲਡ ਹੈਲਥ ਆਰਗੇਨਾਈਜੇਸ਼ਨ? ਇਹ WHO ਹੈ। ਇਹ ਹੈਲਥ ਦੀ ਕੀ ਪਰਿਭਾਸ਼ਾ ਦਿੰਦਾ ਹੈ? ਕੋਈ ਦੱਸ ਸਕਦਾ ਹੈ? ਕਿਸ ਤਰ੍ਹਾਂ ਡਿਫਾਈਨ ਕਰਦਾ ਹੈ ਹੈਲਥ ਨੂੰ? ਐਨੀਬਡੀ? ਨਹੀਂ ਹੈ ਤਾਂ ਕੋਈ ਗੱਲ ਨਹੀਂ, ਮੈਂ ਦੱਸਾਂਗੀ। ਅਗਰ ਮੈਂ ਤਾਂ ਚਾਂਸ ਤੱਕ ਸ਼ਾਇਦ ਕਿਸੇ ਬੱਚੇ ਨੂੰ ਪਤਾ ਹੋਵੇ। WHO says health is a state of complete physical, number one physical, शारीरिक, mental, मानसिक, social, सामाजिक and spiritual well-being। ਤੁਹਾਨੂੰ ਪਤਾ ਸੀ? spiritual ਚਾਰੋਂ ਐਸਪੈਕਟ ਸਟਰੋਂਗ ਹੋਣਗੇ ਤਾਂ ਤੁਸੀਂ ਹੈਲਦੀ ਹੋ, ਐਂਡ ਨਾਟ ਮੇਅਰ ਐਨ ਐਬਸੈਂਸ ਆਫ ਡਿਜ਼ੀਜ਼ ਔਰ ਇਨਫਰਮਿਟੀ। ਖਾਲੀ ਤੁਹਾਨੂੰ ਕੋਈ ਬਿਮਾਰੀ ਨਹੀਂ ਹੈ ਇਹਦਾ ਮਤਲਬ ਤੁਸੀਂ ਸਵਸਥ ਨਹੀਂ ਹੈ। ਤੁਸੀਂ ਸਵਸਥ ਹੋ, ਦਿਸ ਇਜ਼ ਨਾਟ ਇੰਪੋਰਟੈਂਟ। ਤੁਸੀਂ ਸੋਚਦੇ ਕਿਸ ਤਰ੍ਹਾਂ ਹੋ, ਤੁਸੀਂ ਆਪਣੇ ਪੀਅਰਸ ਨਾਲ, ਤੁਸੀਂ ਆਪ ਦੇ ਸਮਾਜ ਵਿੱਚ ਵਰਤਦੇ ਕਿਵੇਂ ਹੋ, ਰਾਈਟ। ਤੁਹਾਡੇ ਗੁਰੂ ਮਹਾਰਾਜ ਨਾਲ ਜਾਂ ਸਪਿਰਿਚੁਅਲ ਲੈਵਲ ਦੇ ਵਿੱਚ ਕੀ ਕਨੈਕਸ਼ਨ ਹੈ? ਹਾਊ ਆਰ ਯੂ ਡਿਸਿਪਲਿਨਡ ਇਨ ਯੋਰਸੈਲਫ? everything counts for your health। so इस चीज़ ਨੂੰ बहुत अच्छी तरह समझना। और being in gratitude, let us come to the points। ਅਸੀਂ ਹੁਣ ਉਸ practical points ਤੇ ਆਉਂਦੇ ਹਾਂ, ਕਿਉਂਕਿ ਕਿਹਾ ਜਾਂਦਾ you are what you eat। ਤੁਸੀਂ ਹੋਈ ਹੋ ਜੋ ਤੁਸੀਂ ਖਾਂਦੇ ਹੋ। ਪਰ ਮੈਂ ਇੱਥੇ ਇੱਕ ਟਵਿਸਟ ਲਿਆਉਂਦੀ ਹਾਂ ਐਜ਼ ਅ ਡਾਕਟਰ, ਕਿਉਂਕਿ ਮੈਂ ਮੰਨਦੀ ਹਾਂ you are what you digest। I say you are what you digest। ਬਹੁਤ ਵਧੀਆ ਖਾਣਾ ਤੁਹਾਡੇ ਸਾਹਮਣੇ ਪਿਆ ਹੋਵੇ, ਮੰਮੀ ਨੇ ਵਧੀਆ ਨਾਸ਼ਤਾ, ਹੈਲਦੀ ਨਾਸ਼ਤਾ ਵਿਦ ਨਟਸ ਐਂਡ ਗ੍ਰੇਨਸ ਤੁਹਾਡੇ ਅੱਗੇ ਬਣਾਇਆ ਹੋਵੇ, ਔਰ ਮਤਲਬ ਹਰ ਹੈਲਦੀ ਚੀਜ਼ ਤੁਸੀਂ ਸੋਚ ਲਓ, ਫਰੂਟਸ ਵੀ ਹੈਗੇ ਤੁਹਾਡੇ ਕੋਲ, ਸਾਰਾ ਕੁਝ ਹੈਗਾ। ਯੂ ਆਰ ਅੰਡਰ ਸਟ੍ਰੈਸ। ਤੁਸੀਂ ਅਗਰ ਉਸ ਖਾਣੇ ਨੂੰ ਖਾ ਵੀ ਲਓਗੇ ਨਾ ਔਰ ਉਹ ਡਾਈਜੈਸਟ ਨਹੀਂ ਹੋਏਗਾ, then there is no use of that meal। getting my point? ਸੇ ਪਰ ਇਸ ਚੀਜ਼ ਨੂੰ ਤਾਂ ਹੀ ਕਹਿੰਦੇ ਕਿ ਕੰਪਲੀਟ ਬੈਲੈਂਸ ਇੰਪੋਰਟੈਂਟ ਹੈ। ਫਸਟ ਆਫ ਆਲ ਅਗਰ ਮੈਂ ਭੋਜਨ ਆਹਾਰ ਸੰਬੰਧਿਤ ਟਿਪਸ ਦੀ ਗੱਲ ਕਰਦੀ ਹਾਂ, ਸੰਤੁਲਿਤ ਭੋਜਨ। ਨਾਓ ਤੁਹਾਡੇ ਸਾਇੰਸ ਦੇ ਬੁੱਕ 'ਚ ਤੁਸੀਂ ਸਾਰਿਆਂ ਨੇ ਪੜ੍ਹਿਆ ਹੋਣਾ ਵਟ ਇਜ਼ ਅ ਬੈਲੈਂਸ ਡਾਈਟ, ਹੈ ਨਾ? ਐਨੀਬਡੀ ਕੈਨ ਟੈਲ ਮੀ? ਦੱਸੋ ਬੱਚੇ, ਬਹੁਤ ਈਜ਼ੀ ਕੁਐਸਚਨ ਹੈ। ਆਈ ਥਿੰਕ ਅੱਜ ਕੱਲ੍ਹ ਤਾਂ 4th 5th ਕਲਾਸ 'ਚ ਹੁੰਦਾ ਸਾਇੰਸ ਦੇ ਵਿੱਚ। ਵਟ ਇਜ਼ ਅ ਬੈਲੈਂਸ ਡਾਈਟ? ਸਾਰੇ ਇੰਪੋਰਟੈਂਟ ਜਿੰਨੇ ਵੀ ਸਾਡੇ ਨਿਊਟ੍ਰੀਐਂਟਸ ਨੇ, ਇਹਨੂੰ ਨਿਊਟ੍ਰੀਐਂਟਸ ਕਹਿੰਦੇ ਨੇ, ਲਾਈਕ ਕਾਰਬੋਹਾਈਡਰੇਟਸ, ਪ੍ਰੋਟੀਨਸ, ਫੈਟਸ, ਵਾਈਟਾਮਿਨਸ, ਮਿਨਰਲਸ, ਵਾਟਰ ਐਂਡ ਫਾਈਬਰ, ਰਫ ਵਿੱਚ। ਇਹ ਇੱਕ ਪਰਿਭਾਸ਼ਾ ਦਿੱਤੀ ਗਈ ਹੈ ਬੈਲੈਂਸਡ ਮੀਲ ਦੀ। ਸਾਇੰਸ ਤੁਹਾਡੀ ਆਪਣੀ ਸਾਇੰਸ 'ਚ ਵੀ ਤੁਸੀਂ ਪੜ੍ਹੇ ਹੋਣੇ। ਬਟ ਵਾਟ ਆਯੁਰਵੇਦਾ ਸੇਜ਼ ਅਬਾਊਟ ਬੈਲੈਂਸਡ ਮੀਲ, ਬਿਕੋਜ਼ ਇਟ ਇਜ਼ ਵੈਰੀ ਡਿਫਿਕਲਟ। ਅਗਰ ਅੱਛਾ ਜਦ ਤੱਕ ਤੁਸੀਂ ਨਾ ਪੜ੍ਹਿਆ ਹੋਵੇ, ਹੁਣ ਸਾਡੇ ਬਜ਼ੁਰਗਾਂ ਨੂੰ, ਦਾਦੀ ਮਾਂ ਨੂੰ ਪੁੱਛੋ,
ਦਾਦੀ ਮਾਂ ਕਾਰਬੋਹਾਈਡਰੇਟਸ ਖਾਣੇ ਨੇ, ਜੇ ਦਾਦੀ ਮਾਂ ਤੁਹਾਨੂੰ ਕਹਿੰਦੇ ਕਾਰਬੋਹਾਈਡਰੇਟਸ ਕਰਕੇ ਖਵਾਉਂਦੇ ਸੀ ਖਾਣਾ ਵੀ ਇਹ ਖਾਓ ਇਹ 'ਚ ਪ੍ਰੋਟੀਨ ਹੈ, ਇਹ ਖਾਓ ਇਹ 'ਚ फाइबर मिलेगा? No. Ancient science Ayurveda says a very simple, देखो हर किसी लिए, कोई पढ़िया होवे कोई ना पढ़िया होवे, बैलेंस्ड मील किसी ਨੂੰ ਸਮਝਾਣੀ ਹੈ ਤੇ it is very easy, a meal that contains all the tastes. ਹੁਣ ਟੇਸਟ ਕਿਹੜੇ ਨੇ? ਰਸ, ਸਵਾਦ, ਸਾਡੇ ਜੀਭ ਦੇ ਕਿਹੜੇ ਕਿਹੜੇ ਹੁੰਦੇ ਨੇ? ਸਾਰ, ਖੱਟਾ, स्वीट, मिठा, सॉल्टी, नमकीन, बिटर, कौड़ा, स्पाइसी, मिर्च वाला, कटु, राइट, एंड एस्ट्रिंजेंट, एक एस्ट्रिंजेंट टेस्ट भी होंदा है, कषाय रस बोलते हैं आपां उहनूं, दैट इज तुसीं देखिया होना आमला खाण तो बाद, आमले खाते ने, आमला खाण दे मूँह च कसाव जिहा नहीं महसूस हुंदा, खिच्चिया जांदा है ना, उन्होंने स्ट्रिंजेंट बोलते हैं। सो 4 बेसिक टेस्ट तुहानूं पता है, बट आयुर्वेदा साइंस दे विच दे आर ऑल इन ऑल 6 टेस्ट, एंड आयुर्वेदा सेज दैट ए 6 रस दा मेल जिस भी डाइट विच हैगा वो बैलेंस्ड है। लाइक तुहाडी डाइट दे विच मिठा भी होना चाहिए, नमकीन भी होना चाहिए, सॉल्टी भी होना चाहिए, बिटर भी होना चाहिए, पंजेंट दैट इज स्पाइस, कटू एंड एस्ट्रिंजेंट टेस्ट, 6 टेस्ट होने चाहिए ने। हुण जस्ट इमेजिन योर प्लेट, वन मील, मैं प्रैक्टिकली तुहानूं गल दस सकदी हां कि इमेजिन योर प्लेट, यू आर बीन सर्व्ड, किस तरह बैलेंस करोगे इनू विद ऑल द टेस्ट? एनीबडी? मिठा, हुण मिठा इहदे विच मिठाई दा मिठा नहीं है, मिठा की है? फ्रूट्स का मिठा भी हो सकता है, स्टार्च, all the carbs in your diet is actually sugar, जिन्हें भी carbs ने वो sugar ही तो है, right? जिन्नियां भी दालां, ए तुसी समझो इस चीज़ नूं, है ना, दालां हुंदियां ने या सब्जियां ने, ए तिक्त है, तिक्त रस है इनदा, right? तो ए भी होना चाहिए साडे उस च। खट्टे लई there should be a combination of any good sour fruit, ਤੇ ਅਸੀਂ ਚਟਨੀ ਖਾਂਦੇ ਹਾਂ, ਹਰੀ ਚਟਨੀ ਖਾਣੇ ਦੇ ਨਾਲ, ਪਿਕਲਸ ਦਾ ਟ੍ਰੈਡੀਸ਼ਨ ਹੈ ਸਾਡੇ ਖਾਣੇ 'ਚ, ਓਲਡ ਟ੍ਰੈਡੀਸ਼ਨ ਹੈ ਅਚਾਰ ਦਾ, ਥੀਸ ਆਲ। ਹੁਣ ਇਹ ਕੀ ਦਿੰਦਾ ਸਾਨੂੰ? ਪ੍ਰੀਬਾਇਓਟਿਕਸ ਨੇ। ਹੁਣ ਮੈਂ ਦੇਖੋ ਕਿੰਨੀ ਕਿੰਨੀ, ਅਗਰ ਮੈਨੂੰ ਮਾਡਰਨ ਸਾਇੰਸ ਨਾਲ ਰਿਲੇਟ ਕਰਾਂ ਤੇ ਆਯੁਰਵੇਦਾ ਇਜ਼ ਸੱਚ ਰਿਲੇਟੇਬਲ, ਸੋ ਰਿਲੇਟੇਬਲ ਵਿਦ ਐਵਰੀਥਿੰਗ, ਬਟ ਬਹੁਤ ਸਿੰਪਲ ਵੇ 'ਚ ਉਹਨਾਂ ਨੇ ਦੱਸਤਾ। मे बी किसी को ना पता हो अचार खाओ, अचार साड़ी दादी मां लेकिन यह बहुत अच्छी तरह पता सीगा कि अचार खाओगे हाजमा हो जाएगा, पता सी ना उन्होंने? प्रीबायोटिक प्रोबायोटिक कुछ नहीं पता सीगा, बट डोंट दे हैड दैट प्रैक्टिकल नॉलेज। सो गो बाय सिंपलर साइंस, वट एवर इज नैचुरल और साडे ट्रेडिशनल है वही साडे लिए अच्छा है। अज की डेट च प्रॉब्लम की है, देयर इज अ शिफ्ट इन ट्रेडिशन, जो सैकेंड पॉइंट च आएगा मैं उत्थे लवांगी। पहला मैं बैलेंस्ड की गल की है, उस तो बाद मैं इम्बैलेंस की भी गल करांगी कि कित्थे यह चीज़ इन्वेड हो रही है, खराब हो रही है। सो यू आर गेटिंग एन आइडिया ऑफ योर मील, हाउ इट कैन बी बैलेंस्ड। एक सिंपल प्लेट दे विच एक फुलका, 2 फुलके ने, दाल है, सब्जी है सीजनल, अचार है, चटनी है और सलाद है। इज इट अ बैलेंस्ड डाइट? इट हैज़ ऑल द टेस्ट्स, इट हैज़ ऑल द टेस्ट, इट इज़ अ बैलेंस्ड डाइट। सो कोई प्रॉब्लम नहीं है कि कार्ब्स कितों लैने, प्रोटीन्स कितों लैने ना, अलग अलग वेरिएंट्स हो सकते हैं, एंड यू कैन ऑलवेज कम टू मी टू हैव कि भी किस तरह किस चीज़ ਨੂੰ ਲੈ ਸਕਦੇ, एंड इट्स ऑल टुगेदर अ साइंस। यू पीपल कोई भी नवी चीज़ ਨੂੰ ਪੜਨ ਦੀ गूगल ਤੇ ਕਰਦੇ ਹੋਗੇ ਅੱਜਕੱਲ, ਹੈ ਲੈਂਦੇ ਨਾ ਆਪਾਂ? सर्च ऑन दिस टॉपिक, सर्च ऑन दिस टॉपिक कि हाउ यू कैन मेक योर डाइट बेटर विद ऑल दिस रसस, गेट अ नॉलेज ऑफ दिस, ठीक है? मैं तो आज एक सिंपल इंसाइट दे सकती हूँ बिकॉज आई हैव अ लिमिटेड टाइम टू कवर ऑल द थिंग्स, बट दिस इज़ अ गुड होमवर्क फॉर यू टू बैलेंस योर डाइट विद ऑल द रसास एज सेड इन आयुर्वेदा। नाउ सैकेंड पॉइंट जिहड़ा इहदे विच लिखिया गया है वो हैगा कि किस तो बचना है, प्रोसैस्ड खाने तो बचो। नाउ दिस इज़ द बिगेस्ट प्रॉब्लम इन टुडेज एरा, बड़ी प्रॉब्लमैटिक है वो चीज़, ए शिफ्ट लियाना बड़ा मुश्किल है। सब दे मुँह च एक प्यारी, सब दे फेसेस ते प्यारी जी मुस्कान है ना,
ਕਿਉਂਕਿ ਸਭ ਨੂੰ ਪਤਾ ਹੈ ਪ੍ਰੋਸੈਸਡ ਫੂਡ ਕੀ ਹੈ, ਮੈਂ ਉੱਥੇ ਨਾਮ ਤੇ ਲਵਾਂਗੀ ਨਹੀਂ। ਜੰਕ ਫੂਡ, ਜੰਕ ਫਾਈਲਸ, ਜੰਕ ਫੂਡ, ਕੁਝ ਫਰਕ ਹੈ? ਜੰਕ ਫਾਈਲਸ ਨੂੰ ਕਿੱਥੇ ਸੁੱਟਦੇ ਆ ਔਰ ਜੰਕ ਫੂਡ ਨੂੰ? answer is there, answer is there. Is this a dustbin? Is this a dustbin? No. Getting my point? Please have that feeling in yourself because it is बहुत मुश्किल है। मैं काउंसलिंग करती हाँ, मेरे को मतलब I have elderly people also to counsel कि जंक तो किवें बचना, बट वो टेस्टी इन्ना की किता जावे। अच्छा हर जगह सर्व ही वही हो रहा अज की डेट दे विच, की किता जावे? दे आर ऑल्टरनेटिव्स। मैं नहीं कहती कि तुसी बिल्कुल जीरो कर दो, देखो टाइम है आजकल खा रहे हैं, बट कैन वी गो फॉर सम हेल्दी वर्जनस? आई गो फॉर आयुर्वेदिक कुकिंग क्लासेस ऑल्सो, आई हैव डैट जिस मैं गाइड करती हाँ कि आप किवें कुकिंग कर सकते हैं और इस जंक नूं भी हेल्दी बना सकते हैं। राइट। सो ऑलवेज अगर खाण का भी मन है तो ऑलवेज रिलाई इन टू योर किचन, अपनी किचन पर रिलाई करो। पहली गल तो बाहरों नहीं, भी खाना है तो मेहनत करो, स्वाद लेना है तो मेहनत करो। एंड इन योर किचन विद हेल्दी वर्जनस इट इज़ पॉसिबल कि तुसी बर्गर भी खा लो, तुसी नूडल्स भी खा लो, इट इज़ पॉसिबल। बट जस्ट कुकिंग स्टाइल डिफरेंट होंदा है। कुछ हेल्दी चीज़ां नूडल्स ने तो नूडल्स दे जरूरी नहीं तुसी मैदा वाला वर्जन ही खाना है, और बाहर का गंदा ऑयल बिकॉज जो रेडी से बन रहा तो तुहानूं पता भी नहीं कि ऑयल भी किहड़ा वरत रहे हैं। So with a healthy oil at home and with healthy versions, because we have rice noodles, we have some good versions of noodles available right now जिन्हों कि तुसी कदी weekends ते as a diet मतलब तुसी अगर taste change करने लिए बनाना चाहते हो, and mix it with lot of seasonal vegetables available, right? And sauces दी जगह you can use homemade chutneys. Believe me, ਜਿਹੜਾ ਸਾਡਾ traditional तड़का प्याज टमाटर ਦਾ ਲਾ ਕੇ और homemade spices ਨਾਲ बनता, it is very good. अवॉइड पैकेज्ड फूड। जस्ट एक चीज़ गल बन लो कि जिहड़ी चीज़ खोल के पैकेट तो सीधी मूँह च जा रही है उन्होंने अवॉइड करना है लॉन्ग टर्म। वंस अ वाइल ट्रीट चल जाएगा। सी इट इंक्लूड्स बिस्किट्स ऑल्सो, इट इंक्लूड्स चिप्स, इट्स इंक्लूड्स एवरीथिंग। और दीज आजकल इन्ना कॉमन है बिकॉज टाइम कंस्ट्रेंट है। कुछ लोगों ने बना भी लिया। It is easy to carry food, packaged food. जिथे भी जाओ 2-minute Maggi has taken a toll on so many diets. Very difficult. Then फिर कोई बड़ी गल नहीं ना कि बच्चे obese भी हो रहे ने young age दे विच, and as young as 12 मतलब पास करते ने they are some I have reported because ਅਸੀਂ ਬੱਚਿਆਂ ਦਾ ਜਦੋਂ ਚੈੱਕਅਪਸ ਕਰਦੇ ਹਾਂ ਤੇ ਹਾਈ BP ਦੇ ਕੇਸਿਸ ਵੀ ਰਿਪੋਰਟ ਹੋ ਰਹੇ ਨੇ ਛੋਟੀ ਉਮਰ ਦੇ ਵਿੱਚ ਸਾਨੂੰ ਮਿਲਦੇ ਨੇ। ਐਂਡ ਜਿਹੜਾ ਬਚਪਨ 'ਚ ਓਬੇਸਿਟੀ ਆ ਜਾਂਦੀ ਹੈ ਨਾ, ਇਟ ਇਜ਼ ਵੈਰੀ ਹਾਰਮਫੁਲ ਫॉर योर adulthood, very harmful for your adulthood। ਤੇ ਚੈੱਕ ਐਟ ਦਿਸ ਪੁਆਇੰਟ ਤੁਸੀਂ ਹਾਲੇ ਫਾਰਮੇਟਿਵ ਸਟੇਜਸ 'ਚ ਹੋ। ਮੇ ਬੀ ਰੈਵੋਲੂਸ਼ਨ ਤੁਹਾਡੇ ਤੋਂ ਹੀ ਸਟਾਰਟ ਹੋ ਜਾਵੇ। ਮੇ ਬੀ ਤੁਹਾਡੇ ਘਰ ਵਿੱਚ ਵੀ ਨਾ, ਜਾਂ ਹੋ ਸਕਦਾ ਕਿ ਮਮਾ ਨਹੀਂ ਮਿਹਨਤ ਕਰਦੇ ਹੋਣ ਤਾਂ ਤੁਸੀਂ ਨਹੀਂ ਖਾਂਦੇ ਹੋ। ਮੇ ਬੀ ਇਟ ਵਿਲ ਡਿਫਰੈਂਟ ਵੇ, बट यू आर ग्रोन अप्स, यू कैन से कि हाँ मैनू इस तो बचना, बिकॉज यू नो पैकेज फूड कंटेन्स पाम ऑयल। तुहानूं आइडिया भी है पैकेज फूड दे विच की मिलता है? टेस्ट इनहैंसर्स, हर तरीके के टेस्ट इनहैंसर्स होंदे ने उहदे विच, क्योंकि जदों स्वाद नहीं होएगा तो कौन खरीदेगा? वो तो स्वाद ही हुंदा ना, उहनूं बार बार दिल करदा खाण दा, तद ही तुसीं बाय करोगे ना। उन्हां दे पिछे ते स्ट्रैटेजी हुंदी है, दे हैव अ स्ट्रैटेजी बिहाइंड सेलिंग। अगर वो टेस्ट नहीं पाणगे तुसीं खरीदोगे नहीं, और वो टेस्ट पाण चों जहर भी पा देणगे, तुहानूं पता भी नहीं लगेगा। Have a habit of seeing the packet from the back side. Ingredients कदी पढ़न दी कोशिश करो, ਜਿਹੜੇ ਉਹਦੇ ਵਿੱਚ स्टेबलाइजर्स और इमल्सिफायर्स ਹੁੰਦੇ ना, कदी ਇਹਦੀ नॉलेज रखो। सी यू आर अ अवेकन स्टूडेंट्स राइट नाउ, ਇੰਨੀ ਕੁ ਪੜ੍ਹਾਈ ਤੁਸੀਂ ਵੀ ਸਭ ਨੇ ਕੀਤੀ ਹੈ। कदी गूगल करके देखना कि वो ਜਿਹੜੇ स्टेबलाइजर्स पाए ने, ਜਿਹੜੇ ऑयल यूज़ किए ने, ਉਹਦੇ ਕੀ हार्मफुल इफेक्ट्स ने। अगर वो डेली ਤੁਹਾਡੇ अंदर जा रहे ने, या बिकॉज आई हैव सीन किड्स 10 रुपए का एक पैकेट रोज़ का फिक्स ही है, खाना ही है चिप्स का। इट इज़ सो कॉमन, बट हाउ हार्मफुल इट इज़। सो सारे प्रोसेस्ड फूड और रेडी टू ईट फूड तो बचना है। द पॉइंट इज़ दिस,
ਹੁਣ ਉਸ ਤੋਂ ਬਚਣ ਲਈ ਤੁਸੀਂ ਕੀ ਕੈਰੀ ਕਰ ਸਕਦੇ ਹੋ? ਯੂ ਕੈਨ ਕੈਰੀ ਰੈਡੀ ਸਨੈਕਸ ਫਰੋਮ ਯੋਰ ਹੋਮ, ਯੂ ਕੈਨ ਆਲਵੇਜ਼ ਕੈਰੀ ਯੋਰ ਫਰੂਟਸ ਸੀਜ਼ਨਲ ਫਰੂਟਸ ਤੁਸੀਂ ਕੈਰੀ ਕਰ ਸਕਦੇ ਹੋ। ਮੇਕ ਅ ਹੈਬਿਟ ਆਫ ਕੈਰਿੰਗ ਸੀਜ਼ਨਲ ਫਰੂਟਸ। ਘਰ ਦੇ ਸਨੈਕਸ ਕੀ ਬਣ ਸਕਦੇ? ਮਖਾਨੇ, ਦ ਬੈਸਟ। ਮਖਾਨੇ ਰੋਸਟ ਕਰੋ, ਨੂਨ ਕਾਲੀ ਮਿਰਚ ਲਗਾ ਕੇ ਡੱਬਾ ਭਰ ਕੇ ਰੱਖੋ ਆਪਣੇ ਬਾਕਸ, ਜਦੋਂ ਵੀ ਮੰਚ ਕਰਨ ਦਾ ਮਨ ਹੈ ਚਿਪਸ ਜਗ੍ਹਾ ਮਖਾਣੇ ਖਾ ਲਓ, ਇਟਸ ਅ ਹੈਲਦੀ ਵਰਜਨ। ਪਰਮਲ ਖਾਓ, ਚਨੇ ਖਾਓ ਰੋਸਟਡ, ਭੇਲਪੂੜੀ ਬਣਾਓ, ਕੌਣ ਮਨਾ ਕਰਦਾ? that is Indian, traditional. Getting my point? For the traditional food? See, I'm talking very practically, क्योंकि कुछ चीज़ ਨੂੰ ਲਿਆਣਾ ਕਿਸ ਤਰ੍ਹਾਂ, ਅਗਰ ਤੁਸੀਂ ਉਹਦੀ ਇੰਪੋਰਟੈਂਸ ਨੂੰ ਸਮਝ ਰਹੇ ਹੋ ਫਿਰ ਤੁਸੀਂ ਉਸ ਚੀਜ਼ ਦੇ ਚੇਂਜ ਉੱਤੇ ਵੀ ਕੰਮ ਕਰੋਗੇ। ਅਦਰਵਾਈਜ਼ ਇਟ ਇਜ਼ ਵੈਰੀ ਈਜ਼ੀ ਕਿ ਅੱਜ ਟਾਈਮ ਨਹੀਂ ਹੈ, ਘਰ ਜਾ ਕੇ ਮੈਗੀ ਦਾ ਪੈਕਟ ਖੋਲ੍ਹਣਾ ਔਰ 2 ਮਿੰਟ 'ਚ ਬਣਾ ਕੇ ਖਾ ਲੈਣਾ, पेट तो भर जाएगा बट इट इज़ नील इन कैलोरीज, नील इन कैलोरीज। खाली पेट भरना मकसद नहीं है, दैट इज़ वाई वी आर लैंडिंग इन सो मैनी प्रॉब्लम्स। सो प्रोसैस्ड फूड या रेडी टू ईट फूड जिहड़ा कि खोल के सीधे मूँह च जा रहा है उन्होंने अवॉइड करना है। मैं नहीं कहती कि 100% कट हो जाएगा, बट ट्राई टू अवॉइड एज मच एज पॉसिबल, राइट। थर्ड इज़ हाइड्रेशन, वेरी इंपॉर्टेंट पॉइंट, क्योंकि साढ़े बैलेंस्ड फूड दे विच वाटर का भी आता है, मैंशन आता है ना, तो वाटर तुसी इनटेक कितना हैगा, हाइड्रेशन उन्होंने ही कहते हैं। और ये भी बहुत सारे मिथ होंगे ने, समटाइम्स पीपल से कि ड्रिंक वाटर, खूब पानी पियो और फ्लश आउट हो जाएगी थोड़ी बॉडी के सारे टॉक्सिन्स। सुने सवेरे उठ के रज के पानी पियो एंड योर टॉक्सिन्स विल बी फ्लश्ड आउट। इज इट ट्रू? As per Ayurveda, it is not true. Yes. Because excess water can overload your which system? Kidney. Science बच्चों तुसी वो दस देगा। Because ultimately कौन filter कर रहा है excess water नु body चो? Kidneys are working over it. You can never overload your kidneys with excess water. It can create salt imbalance also. So की ਇਹਦਾ ਫੰਡਾ ਕੀ ਹੈ, ਕਿੰਨਾ ਕੁ ਪਾਣੀ ਪੀਣਾ ਚਾਹੀਦਾ? ਆਯੁਰਵੇਦਾ ਸੇਜ਼ ਕਿ ਡਰਿੰਕ ਵਾਟਰ ਐਜ਼ ਪਰ योर ਥਰਸਟ। ਪਹਿਲੀ ਗੱਲ ਤੇ ਆਪਣੀ ਪਿਆਸ ਮੁਤਾਬਿਕ ਪੀਓ, ਬਟ ਕਈ ਵਾਰੀ ਵਿੰਟਰਸ ਨੇ ਇੱਥੇ ਫਾਲਟ ਹੋ ਜਾਂਦਾ ਹੈ ਤੇ ਸਾਨੂੰ ਪਤਾ ਹੀ ਨਹੀਂ ਲੱਗਦਾ ਸਾਡੀ ਪਿਆਸ ਬਾਰੇ, ਬਿਕੋਜ਼ ਵੀ ਆਰ ਨਾਟ ਸਵੈਟਿੰਗ ਇਨ ਦਿਸ ਸੀਜ਼ਨ, ਸਵੈਟ ਨਹੀਂ ਹੁੰਦਾ, ਵਾਟਰ ਲਾਸ ਨਹੀਂ ਹੁੰਦਾ, ਤੇ ਸਮਟਾਈਮ ਸਾਨੂੰ ਆਪਣੀ ਪਿਆਸ ਵੀ ਪਤਾ ਨਹੀਂ ਲੱਗਦੀ, ਰਾਈਟ। ਤੇ ਉੱਥੇ ਇੱਕ ਸਿੰਪਲ ਫੰਡਾਮੈਂਟਲ ਹੈ ਕਿ 5 to 6 to 8 glasses of water in a day is sufficient। इन्नी को इनटेक होनी चाहिए है, बट प्लीज़ डोंट ओवरलोड योर बॉडी विथ 3 to 4 लीटर्स वाटर इन अ डे जस्ट टू से कि मैं अपनी बॉडी तो फ्लश आउट कर रहा, राइट। सो मेक इट अ हैबिट। और कभी भी हाइड्रेशन द पॉइंट हमेशा कहा जाता है कि यू शुडंट ड्रिंक अ वेरी कोल्ड वाटर, ऑलवेज ट्राई टू ड्रिंक वाटर एट अ रूम टेम्परेचर। रूम टेम्परेचर क्यों कहा जाता है? ये आ जाता फ्रिज का ठंडा पानी अवॉइड करो। कारण की हैगा कि वी मोस्टली हैव द हैबिट ऑफ ड्रिंकिंग वाटर आफ्टर फूड, खाना खादा पानी पी लिया। बिलीव मी, सिर्फ पानी पीने की आदत चेंज करने नाल मैं बहुत सारे पर्सनस की डाइजेशन, ब्लोटिंग, गैस और कॉन्स्टिपेशन ठीक की है। यह इन्ना इंपॉर्टेंट पॉइंट है, पीपल बिलीव नहीं करते इस गल ते। जस्ट चेंजिंग द हैबिट ऑफ ड्रिंकिंग वाटर। यू आर ड्रिंकिंग आइस कोल्ड वाटर। हम तो विंटर्स ने पता नहीं केड़ा थोड़ा बहुत कोसा करके पींदा कोई पानी रूम टेम्परेचर, नहीं तो असी मोस्टली फिल्टर तो डायरेक्ट पी रहे हैं। फिल्टर वाटर इज़ अ फ्रिज वाटर राइट नाउ, क्योंकि बाहर का जो टेम्परेचर है ऑलमोस्ट फ्रिज टेम्परेचर ते, राइट। सो वी हैव टू ब्रिंग इट टू अ रूम टेम्परेचर, हल्का जिहा ल्यूकवार्म करके पीना है। क्यों? क्योंकि साडी जिहड़ी डाइजेस्टिव फायर है, साडा जिहड़ा खाना है असी खाने हैं ना, इट वो जो डाइजेस्ट होंदा है उहदे लई एक अग्नि, आयुर्वेद च अग्नि का कंसैप्ट है। योर बॉडी जठराग्नि हैगी है, इट इज़ अ डाइजेस्टिव फायर जिहड़ा कि एक पर्टिकुलर टैंपरेचर ते काम होंदा है। उस टैंपरेचर ते बॉडी टैंपरेचर ते इंजाइम्स रिलीज़ होंदे ने और तुहाडे खाने का डाइजेशन होंदा है। ना इफ तुसी खाना खा लिया उस वेले तुहाडी और अग्नि प्रदीप्त है, क्योंकि उहदा साइन की है कि अग्नि इज़ गुड, कि तुहानूं भुख लगदी है। Hunger is the first sign कि your digestive fire is good and it needs food now, right? और तुसी उन्होंने खाना खादा, now it will digest. But what happened कि खाना खाने तो बाद असी पूरा ग्लास पानी फ्रिज का ठंडा ढीक लिया,
ਨਾਓ ਵਾਟ ਵਿਲ ਹੈਪਨ, ਇੱਕ ਅੱਗ ਬਲਦੀ ਪਈ ਹੈ, ਤੁਸੀਂ ਉਸ 'ਤੇ ਪਾਣੀ ਪਾ ਦਿਓ, ਉਸੇ ਵੇਲੇ ਅੱਗ ਬੁਝ ਜਾਏਗੀ। ਸੋ ਲੱਕੜੀ ਕੀ ਰਹਿ ਜਾਏਗੀ, ਅੱਧ ਜਲੀ, ਪੂਰੀ ਤਰ੍ਹਾਂ ਬਰਨ ਆਊਟ ਨਹੀਂ ਹੋਏਗੀ ਨਾ। ਸੋ ਦਿਸ ਹੈਪਨਸ ਟੂ ਯੋਰ ਫੂਡ ਆਲਸੋ। ਤੁਹਾਡਾ ਖਾਣਾ ਜਿਹੜਾ ਹੈਗਾ ਉਹ ਅੱਧ ਪਚਾ ਜਿਹਾ ਰਹਿ ਜਾਏਗਾ, ਬਿਕੋਜ਼ ਤੁਸੀਂ ਠੰਡਾ ਪਾਣੀ ਪੀ ਕੇ। ਨਾਓ ਵੀ ਹੈਵ ਅ ਵੈਰੀ ਕਾਮਨ ਪ੍ਰੈਕਟਿਸ ਆਫ ਈਟਿੰਗ ਆਈਸ ਕ੍ਰੀਮਸ। ਸਵੀਟ ਡਿਸ਼ ਖਾਣ ਤੋਂ ਬਾਅਦ ਆਈਸ ਕ੍ਰੀਮਸ ਵੀ ਖਾਂਦੇ ਆ ਨਾ ਤੁਹਾਨੂੰ ਲੱਗੇਗਾ ਕਿੰਨੀ ਇਰੈਲੀਵੈਂਟ ਚੀਜ਼ ਹੈ, ਬਟ ਦਿਸ ਇਜ਼ ਵਾਟ ਸ਼ਿਫਟ ਆ ਗਿਆ ਸਾਡੇ ਲਾਈਫ ਸਟਾਈਲ 'ਚ। ਕੀ ਕਰੀਏ, ਕਦੀ ਕਦੀ ਵਿਆਹ ਸ਼ਾਦੀਆਂ 'ਚ ਚੱਲਦਾ ਹੈ, ਬਟ ਅਵੋਇਡ ਐਟ ਹੋਮਸ। ਘਰ ਤੁਹਾਨੂੰ ਚੋਇਸ ਹੋਵੇ ਤਾਂ ਨੈਵਰ ਗੋ ਫॉर ਡੈਟ ਚੋਇਸ ਕਿ ਠੰਡਾ ਪਾਣੀ ਜਾਂ ਠੰਡੀ ਚੀਜ਼ ਖਾਣੇ ਤੋਂ ਬਾਅਦ ਤੁਰੰਤ ਨਹੀਂ ਲੈਣੀ, ਬਿਕੋਜ਼ ਐਟਲੀਸਟ ਪੁੱਟ ਅ ਗੈਪ ਆਫ 40 ਮਿੰਟਸ। ਕਿੰਨੇ ਚਿਰ ਦਾ? 40 ਮਿੰਟ ਦਾ। 40 ਮਿੰਟ ਦਾ ਗੈਪ ਕਰਕੇ ਤੁਸੀਂ ਆਪਦਾ ਪਾਣੀ ਪੀ ਲਓ। ਅਗਰ ਤੁਹਾਨੂੰ ਪਿਆਸ ਬਹੁਤ ਲੱਗਦੀ ਹੈ, ਯੂ ਕੈਨ ਡਰਿੰਕ ਸਿਪ ਵਾਟਰ ਇਨ ਬਿਟਵੀਨ ਈਟਿੰਗ। ਖਾਣਾ ਖਾਣ ਦੇ ਦੌਰਾਨ ਸਿਪ ਪੀ ਸਕਦੇ ਹੋ, ਦੈਟਸ ਇਟ, ਥੋੜ੍ਹਾ ਜਿਹਾ। ਪਰ ਖਾਣਾ ਖਾਣ ਤੋਂ ਬਾਅਦ ਇੱਕਦਮ ਪਾਣੀ ਨਹੀਂ ਪੀਣਾ ਬਿਫੋਰ 40 ਮਿੰਟਸ। ਬਿਲੀਵ ਮੀ, ਜਿੰਨਾ ਵੀ ਇਨਡਾਈਜੈਸਟਡ ਫੂਡ ਹੁੰਦਾ ਹੈ, ਇਹੀ ਅੱਗੇ ਜਾ ਕੇ ਆਮ, ਸਾਡੀ ਭਾਸ਼ਾ 'ਚ ਉਹਨੂੰ ਆਮ ਕਹਿੰਦੇ, ਆਮ ਬਣ ਜਾਂਦਾ ਹੈ, ਜੋ ਟੌਕਸਿਨਸ ਕਹਿੰਦੇ ਉਹਨਾਂ ਨੂੰ। and that toxins then when they get built up in the body for a long time lead to so many disorders। बहुत सारे disorders जिन्हें कभी joints पेन हो रहा है, कभी bloating हो रही है, bloating की बहुत गैस अफारे, सुनो खाने नहीं हजम हो रहा है, कहते मैं तो कुछ खाती नहीं, एक फुल्का खाते हैं लेकिन इत्थे चला जाता ढिड। It's very common these days, digestive disorders। So 1 point for hydration, drink as per your thirst, and always drink water at a room temperature and with a gap of 40 minutes after your diet। 3 rules ne, believe me, you will be so fit and fine with your body। ਇਹ ਬਿਲਕੁਲ ਜਾਦੂ ਦੀ ਤਰ੍ਹਾਂ ਕੰਮ ਕਰਦਾ ਹੈ, right? Then there is ਭੋਜਨ ਦਾ ਸਮਾਂ, the time of eating। Time of eating is we have main 3 meals। ਨਾਸ਼ਤਾ ਕਰਦੇ ਹਾਂ, ਦੁਪਹਿਰ ਦਾ ਖਾਣਾ ਖਾਂਦੇ ਹਾਂ, ਰਾਤ ਦਾ ਖਾਣਾ ਖਾਂਦੇ ਹਾਂ। ਨਾ ਆਯੁਰਵੇਦ ਕੀ ਕਹਿੰਦਾ ਇਹਦੇ ਬਾਰੇ? ਲੈਟਸ ਹੈਵ ਐਨ ਇਨਸਾਈਟ ਅਬਾਊਟ ਆਯੁਰਵੇਦਾ, ਵੈਰੀ ਪ੍ਰੈਕਟੀਕਲ ਸਾਇੰਸ। ਬਹੁਤ ਸਾਰੇ ਲੋਕ ਇੱਥੇ ਹੁੰਦਾ ਕਿ ਸਵੇਰੇ ਸਵੇਰੇ ਉੱਠ ਕੇ ਬਹੁਤ ਜ਼ਿਆਦਾ ਭੁੱਖ ਨਹੀਂ ਲੱਗੀ ਹੁੰਦੀ। ਯੂ ਫੀਲ ਵੈਰੀ ਹੰਗਰੀ। ਹਾਊ ਮੈਨੀ ਆਫ ਯੂ ਫੀਲ ਹੰਗਰੀ ਜਦੋਂ ਸਵੇਰੇ ਉੱਠੇ ਹੁੰਦੇ ਹੋ? ਯੈਸ ਯੈਸ, ਦੇ ਮੇ ਬੀ ਸਮਬਡੀ। ਔਰ ਕਿਹਨੂੰ ਨਹੀਂ ਲੱਗਦੀ? We have every type of people। ਇਹ ਕਿਉਂ ਹੋ ਰਿਹਾ ਹੈ? ਦੇਖੋ, why I ask this question। ਇੱਕ ਜਨਰਲ ਰੂਲ ਤੁਸੀਂ ਕਦੀ ਕਿਸੇ ਤੇ ਅਪਲਾਈ ਨਹੀਂ ਕਰ ਸਕਦੇ। ਆਯੁਰਵੇਦਾ ਸੇਜ਼ we have all different body types। ਸਾਡੇ ਕੋਲ different body types ਨੇ ਮੈਮ, right? We work on the concept of Vata, Pitta and Kapha। They are the basics। ਕਦੀ ਥੋੜਾ ਬਹੁਤਾ ਕਿਸੇ ਨੇ ਆਯੁਰਵੇਦ ਬਾਰੇ ਸੁਣਿਆ ਹੋਵੇ ਤਾਂ ਇਹ 3 ਦੋਸ਼ ਜ਼ਰੂਰ ਸੁਣੇ ਹੋਣੇ ਨੇ। And it's a very practical science। We all have different body types and I always suggest according to body type। ਮੈਂ ਅਸੀਂ ਪਹਿਲਾਂ analysis ਕਰਦੇ ਹਾਂ ਕਿ ਤੁਹਾਡਾ body type ਕੀ ਹੈ। Maybe ਕਿਸੇ ਨੂੰ ਸਵੇਰੇ ਉੱਠ ਕੇ ਬਹੁਤ ਭੁੱਖ ਲੱਗੀ ਹੈ ਔਰ ਕਿਸੇ ਨੂੰ ਬਿਲਕੁਲ ਭੁੱਖ ਨਹੀਂ ਲੱਗੀ, but there is a rule ਕਿ ਘਰ ਨਾਸ਼ਤਾ ਕੀਤੇ ਬਗੈਰ ਨਹੀਂ ਨਿਕਲਣਾ। ਭੁੱਖ ਦੇ ਬਗੈਰ ਵੀ ਅਗਰ ਤੁਸੀਂ, ਔਰ whenever you will eat without hunger, that food is definitely going to harm your body। तो ਪਹਿਲਾਂ ਤੇ ਇੱਥੇ ਕੰਮ ਕਰੋ ਕਿ why you are not feeling hungry, is it okay with you or not, ਉਹ ਡਾਕਟਰ ਡਿਸਾਈਡ ਕਰ ਲੈਂਦਾ। ਬਿਕੋਜ਼ ਤੁਹਾਡਾ ਬੋਡੀ ਟਾਈਪ ਅਗਰ ਕਫਾ ਬੋਡੀ ਟਾਈਪ ਹੈ ਤਾਂ ਉਹਨੂੰ ਇੱਕ ਹੈਵੀਨੈਸ ਹੁੰਦੀ ਹੈ ਮਾਰਨਿੰਗ ਦੇ ਵਿੱਚ, ਬਿਕੋਜ਼ ਜਿਸ ਤਰ੍ਹਾਂ ਸਾਡੀ ਇੰਟਰਨਲ ਬੋਡੀ ਹੈ ਨਾ, ਇੰਟਰਨਲ ਬੋਡੀ ਦੇ ਅੰਦਰ ਇਹ ਦੋਸ਼ ਕੰਮ ਕਰਦੇ ਨੇ, ਇਸ ਤਰ੍ਹਾਂ ਇਨਵਾਇਰਮੈਂਟ ਵਿੱਚ ਵੀ ਕੰਮ ਕਰਦੇ ਨੇ। ਸੋ ਆਯੁਰਵੇਦਾ ਇਜ਼ ਆਲ ਥਿੰਕਿੰਗ ਅਬਾਊਟ ਨੇਚਰ ਐਂਡ ਬੋਡੀ। ਬੋਡੀ ਨੇਚਰ ਦੇ ਅਕੋਰਡਿੰਗ ਚੱਲਦੀ ਹੈ। ਤੁਸੀਂ ਦੇਖੋ ਸੂਰਜ ਉਗਦਾ ਸਵੇਰੇ, ਠੀਕ ਹੈ, ਇਟ ਸਲੋਲੀ ਕਮਸ ਅਪ, ਜਸਟ ਰਿਲੇਟ ਵਿਦ ਡੈਟ। ਜਦੋਂ ਸੂਰਜ ਉਗਦਾ ਹੈ ਔਰ ਉਹਦਾ ਤਾਪ ਬਹੁਤ ਤੇਜ਼ ਹੁੰਦਾ, ਮਾਰਨਿੰਗ ਸਨਸ਼ਾਈਨ ਜਿਹੜੀ ਹੁੰਦੀ ਹੈ ਬਹੁਤ ਹੀ ਮਾਈਲਡ ਹੁੰਦੀ ਹੈ, ਉਹ 'ਚ ਇੰਨਾ ਨਿੱਘ, ਬਹੁਤ ਹਲਕਾ ਨਿੱਘ ਹੁੰਦਾ ਹੈ, ਸੇਕ ਜ਼ਿਆਦਾ ਨਹੀਂ ਹੁੰਦਾ। ਐਂਡ ਸਲੋਲੀ ਬਾਈ 12 o'clock 1 o'clock ਜਦੋਂ ਪੀਕ 'ਤੇ ਜਾਂਦਾ ਹੈ ਸੂਰਜ, ਆਪਣੇ ਪੂਰੇ ਤਾਪ 'ਤੇ ਹੁੰਦਾ ਹੈ, ਐਂਡ ਦੈਨ ਇਟ ਸਲੋਲੀ ਸੈਟਸ, ਠੀਕ ਹੈ, ਹੌਲੀ ਹੌਲੀ, ਔਰ ਉਸ ਤੋਂ ਬਾਅਦ ਉਹ ਅਸਤ ਹੋ ਜਾਂਦਾ ਹੈ। ਸੋ ਦਿਸ ਇਜ਼ ਹਾਊ ਯੋਰ ਡਾਈਜੈਸਟਿਵ ਫਾਇਰ ਸਰਕਲ ਆਲਸੋ ਗੋਜ਼। ਤੁਹਾਡਾ ਬੋਡੀ ਦੀ ਡਾਈਜੈਸਟਿਵ ਫਾਇਰ ਦਾ ਸਰਕਲ ਵੀ ਇਸ ਤਰ੍ਹਾਂ ਹੀ ਚੱਲਦਾ ਹੈ ਨਾ। ਹੁਣ ਮਾਰਨਿੰਗ ਦੇ ਵਿੱਚ ਸਲੋਲੀ ਯੂ ਸ਼ੁੱਡ ਸਟਾਰਟ ਯੋਰ ਮੀਲ ਵਿਦ ਨਾਟ ਅ ਵੈਰੀ ਹੈਵੀ ਡਾਈਟ।
क्योंकि digestive fire हली हौली हौली शुरू हुई है। तो you can start your day with the nuts simply, कोई भी बादाम, अखरोट, सिज्जे हुए, अंजीर, छोटी जी चीज़ लैके you can start your day and a lukewarm water, कोई भी तुसी पानी बना लो, it will kindle और होर तुहाडी फायर नू kindle करेगा। kindle मतलब कि उन्नू होर वधाएगा। then you will maybe feel more hungry at a time ਜਦੋਂ ਤੁਹਾਨੂੰ ਭੁੱਖ ਅਪੀਅਰ ਹੁੰਦੀ ਹੈ ਉਦੋਂ ਤੁਸੀਂ ਆਪ ਦਾ ਖਾਣਾ ਖਾਓ। ਐਂਡ ਸਵੇਰ ਦਾ ਨਾਸ਼ਤਾ ਸੀ I have written ਸਿਹਤਮੰਦ ਅਤੇ ਪੂਰਾ, ਫਿਲਿੰਗ ਹੋਣਾ ਚਾਹੀਦਾ ਹੈ। ਇਹ ਨਹੀਂ ਕਿ ਇੱਕ ਬ੍ਰੈਡ ਦਾ ਪੀਸ ਖਾਦਾ, ਟੋਸਟ ਖਾਦਾ ਔਰ ਭੱਜ ਗਏ। it should essentially have some grains ਦੇ ਵਿੱਚ you can combine ਦਲੀਆ, ਪੋਹਾ, ਦਾਲ ਦਾ ਚਿੱਲਾ, grains ਮਤਲਬ ਦਾਲਾਂ ਵੀ ਆ ਸਕਦੀਆਂ ਉਹਦੇ ਵਿੱਚ, ਸੀਰੀਅਲਸ ਵੀ ਆ ਸਕਦੇ ਨੇ। it should be like that and with fruits you can combine it with fruits also, ਥੋੜ੍ਹਾ ਜਿਹੇ fruits ਹੋ ਸਕਦੇ ਨੇ। ਔਰ ਇੱਥੇ ਇੱਕ ਬਹੁਤ ਇੰਪੋਰਟੈਂਟ ਹੈ ਕਿ combination of food, Ayurveda also works upon the combination of food। sometimes ਅਸੀਂ ਬਹੁਤ ਅੱਛਾ ਖਾਂਦੇ ਹਾਂ ਲੇਕਿਨ ਕੰਬਾਈਨ ਉਹਦਾ combination ਬੜਾ wrong ਹੁੰਦਾ ਹੈ। like I have seen people eating parathas and then having milk, ਸਵੇਰੇ ਪਰੌਂਠੀ ਖਾਧੀ ਨਾਲ ਦੁੱਧ ਪੀ ਲਿਆ। now milk should never be combined with any salty thing। ਦੁੱਧ ਔਰ ਨਮਕ ਦਾ ਮੇਲ ਜਿਹੜਾ ਹੈ ਉਹ ਬਹੁਤ ਟੌਕਸਿਕ ਹੈ। ਸਾਡੇ ਆਯੁਰਵੇਦ 'ਚ ਇਹਨੂੰ ਵਿਰੁੱਧ ਆਹਾਰ ਕਹਿੰਦੇ ਨੇ। ਤਾਂ ਆਲਵੇਜ਼ ਚੈੱਕ ਚਾਹ, ਕੌਫੀ, ਦੁੱਧ ਇਹ ਕਦੀ ਖਾਣੇ ਦੇ ਨਾਲ ਨਹੀਂ ਹੋਣਾ ਚਾਹੀਦਾ। ਬਟ ਵੀ ਹੈਵ ਦਿਸ ਕਾਮਨ ਪ੍ਰੈਕਟਿਸ, ਇਸ ਕਰਕੇ ਮੈਂ ਹਮੇਸ਼ਾ ਐਡਰੈਸ ਕਰਦੀ ਹਾਂ ਕਿਉਂਕਿ ਬਹੁਤ ਕਾਮਨ ਹੈ ਪਰੌਂਠੀ ਖਾਧੀ ਚਾਹ ਪੀਤੀ ਜਾਂ ਚਾਹ ਨਾਲ ਪਰੌਂਠੀ ਖਾ ਲਈ, ਇਟ ਇਜ਼ ਈਜ਼ੀ। but please avoid any kind of beverage with your meal। ਚਾਹ ਕੌਫੀ ਦਾ ਟਾਈਮ ਅਲੱਗ ਹੋਣਾ ਚਾਹੀਦਾ ਤੁਹਾਡੀ ਮੀਲ ਤੋਂ, ਠੀਕ ਹੈ। ਸੋ ਇਸ ਤਰ੍ਹਾਂ ਦਾ ਨਾਸ਼ਤਾ, ਔਰ ਨਾਸ਼ਤੇ ਵਿੱਚ ਇਹ ਨਹੀਂ ਹੋਣਾ ਚਾਹੀਦਾ ਕਿ 4 ਪਰੌਂਠੇ ਖਾ ਲੈ। ਇਟ ਸ਼ੁੱਡ ਬੀ ਅ ਫਿਲਿੰਗ ਡਾਈਟ। ਨਾਓ ਯੂ ਨੋ ਦ ਚੋਇਸ, ਮੈਂ ਤੁਹਾਨੂੰ ਦੱਸਿਆ ਕਿਸ ਤਰ੍ਹਾਂ ਦਾ ਹੋਣਾ ਚਾਹੀਦਾ। ਲੰਚ ਸ਼ੁੱਡ ਬੀ ਯੋਰ ਬਿਗੇਸਟ ਡਾਈਟ ਬਿਕੋਜ਼ ਤੁਹਾਡੀ ਡਾਈਜੈਸਟਿਵ ਫਾਇਰ ਪੀਕ 'ਤੇ ਹੈ। ਲੰਚ ਐਜ਼ ਪਰ ਆਯੁਰਵੇਦਾ ਲੰਚ ਇਜ਼ ਯੋਰ ਬਿਗੇਸਟ ਡਾਈਟ। ਇਟ ਸ਼ੁੱਡ ਬੀ ਅ ਕੰਪਲੀਟ ਵਨ। ਕੋਸ਼ਿਸ਼ ਕਰੋ ਕਿ ਲੰਚ ਵਿੱਚ ਸਾਰਾ ਕੁਝ ਹੋਵੇ। ਅਕਸਰ ਤੁਸੀਂ ਪੈਕ ਕਰਕੇ ਲਿਆਉਂਦੇ ਹੋਵੋਗੇ, ਲੰਚ ਇੱਥੇ ਹੀ ਖਾਂਦੇ ਹੋਵੋਗੇ, ਮੈਨੂੰ ਪਤਾ ਪ੍ਰੈਕਟੀਕਲੀ ਨਹੀਂ ਪੋਸੀਬਲ ਹੁੰਦਾ ਕਿ ਉਹਦੇ ਵਿੱਚ ਸਬਜ਼ੀ, ਦਾਲ, ਫੁਲਕਾ ਸਾਰਾ ਹੀ ਕੁਝ ਹੋ ਜਾਵੇ। ਬਟ ਜਸਟ ਟਰਾਈ ਟੂ ਹੈਵ ਅ ਕੰਪਲੀਟ ਫੂਡ। ਜਾਂ ਇਹਦੇ ਵਿੱਚ ਬਹੁਤ ਅੱਛਾ ਇੱਕ ਫੂਡ ਬਣਦਾ ਹੈ ਖਿਚੜੀ। ਹੁਣ ਮੈਂ ਕਿਸੇ ਨੂੰ ਕਹਿ ਦਿੰਦੀ, ਉਹ ਹੱਸ ਦਿੰਦਾ ਯਾਰ ਖਿਚੜੀਆਂ ਖਾਈਏ। ਯੂ ਕੈਨ ਪੁੱਟ ਆਲ ਖਿਚੜੀ ਇਜ਼ ਅ ਕੰਬੀਨੇਸ਼ਨ ਆਫ ਸੀਰੀਅਲਸ। ਤੁਸੀਂ ਉਹ 'ਚ ਸੀਰੀਅਲਸ ਕੰਬਾਈਨ ਕਰ ਸਕਦੇ ਹੋ। ਯੂ ਕੈਨ ਕੰਬਾਈਨ ਰਾਈਸ, ਯੂ ਕੈਨ ਕੰਬਾਈਨ ਪਲਸਿਸ, ਦਾਲਾਂ, ਯੂ ਕੈਨ ਕੰਬਾਈਨ ਮਿਲਟਸ। ਅੱਜ ਕੱਲ੍ਹ ਮਿਲਟਸ ਨੇ ਹੈਲਦੀ ਆਪਸ਼ਨਸ, ਯੂ ਕੈਨ ਕੰਬਾਈਨ ਕਰ ਸਕਦੇ ਹੋ। ਦੈਨ ਯੂ ਹੈਵ ਅ ਆਪਸ਼ਨ ਟੂ ਪੁੱਟ ਵੈਜੀਟੇਬਲਸ ਇਨ ਇਟ। ਵੈਜੀਟੇਬਲਸ ਵੀ ਵਿੱਚ ਆ ਜਾਂਦੀਆਂ ਨੇ, ਰਾਈਟ। ਐਂਡ ਇਫ ਉਸ ਤੋਂ ਬਾਅਦ ਉਹਨੂੰ ਅਗਰ ਹੋਲ ਸਪਾਈਸਿਸ ਦਾ ਤੜਕਾ ਲੱਗਿਆ ਹੋਵੇ ਔਰ ਨਾਲ ਤੁਹਾਡੇ ਦਹੀਂ ਹੋਵੇ ਜਾਂ ਤੁਹਾਡੇ ਕੋਈ ਅਚਾਰ ਜਾਂ ਚਟਨੀ ਹੋਵੇ, ਇਟ ਮੇਕਸ ਅ ਕੰਪਲੀਟ ਡਾਈਟ। ਅੱਛੀ ਹੈਲਦੀ ਡਾਈਟ ਹੈ। ਜਾਂ ਫਿਰ ਰੋਟੀ ਫੁਲਕਾ ਵੀ ਖਾ ਰਹੇ ਹੋ, ਸੀਜ਼ਨਲ ਵੈਜੀਟੇਬਲ ਹੋਵੇ, ਦਾਲ ਹੋਵੇ, ਫੁਲਕਾ ਹੋਵੇ, ਦੈਟ ਸ਼ੁੱਡ ਬੀ ਯੋਰ ਬਿਗੇਸਟ ਮੀਲ। ਮੋਸਟਲੀ ਕਿਉਂ ਕਿਹਾ ਜਾਂਦਾ ਹੈ ਪਤਾ ਕਿਉਂ? ਕਿਉਂਕਿ ਮੋਸਟਲੀ ਪੀਪਲ ਇਨ ਪੰਜਾਬ ਆਈ ਹੈਵ ਸੀਨ ਦੇ ਆਰ ਇਨਟੂ ਦ ਹੈਬਿਟ ਆਫ ਹੈਵਿੰਗ ਦ ਬਿਗੇਸਟ ਮੀਲ ਐਟ ਨਾਈਟ। ਆਈ ਡੋਂਟ ਨੋ ਫॉर ਵਾਟ ਰੀਜ਼ਨ। ਕਿਉਂਕਿ ਦਿਨ 'ਚ ਵਿਚਾਰੇ ਭੱਜ ਦੌੜ 'ਚ ਰਹਿੰਦੇ ਨੇ, ਖਾਣਾ ਖਾ ਨਹੀਂ ਪਾਉਂਦੇ, ਉਹ ਸਾਰਾ ਚਾਅ ਖਾਣੇ ਦਾ ਰਾਤ ਦੇ ਖਾਣੇ 'ਤੇ ਕੱਢਦੇ ਨੇ। ਐਂਡ ਇਟ ਇਜ਼ ਫਿਰ ਕਿਉਂ ਨਹੀਂ ਡਾਇਬਟੀਜ਼ ਆਏਗੀ? ਫਿਰ ਮੈਂ ਕਹਿੰਦੀ ਤੁਸੀਂ ਥੋੜੀ ਜਿਹੀ ਸੈਰ ਕਰ ਲਓ। ਸੋਰੀ, ਆਰ ਯੂ ਅੰਡਰਸਟੈਂਡਿੰਗ ਦ ਪੁਆਇੰਟ? ਦਿਸ ਇਜ਼ ਅਗੇਂਸਟ ਨੇਚਰ। ਕਿੰਨੇ ਦਿਨ ਨੇਚਰ ਤੋਂ ਖਿਲਾਫ ਜਾਓਗੇ? ਦਿਸ ਇਜ਼ ਅਗੇਂਸਟ ਨੇਚਰ। ਦੈਟਸ ਵਾਈ ਡੀਜਨਰੇਸ਼ਨ ਇਜ਼ ਸੈਟਿੰਗ ਅਪ ਟੂ ਅਰਲੀ। ਸਾਡੇ ਬਜ਼ੁਰਗ ਕੀ ਕਰਦੇ ਸੀ? ਉਹ ਤੇ ਰਾਤੀ ਦੇਖੋ ਲਾਈਟ ਆਫ ਹੁੰਦੀ ਸੀ, 7 ਵਜੇ ਸੌਂ ਜਾਂਦੇ ਸੀਗੇ। ਕਹਿੰਦੇ ਨਾ ਐਟਲੀਸਟ ਹੈਵ 2 to 3 hours ਬਿਫੋਰ। ਬੇਟਾ ਇਹ ਚੀਜ਼ਾਂ ਪਹਿਲਾਂ ਨੈਚੁਰਲ ਸਨ, ਤੁਹਾਡੀ ਜਨਰੇਸ਼ਨ ਤੱਕ ਆਉਂਦੇ ਆਉਂਦੇ ਇਹ ਚੀਜ਼ਾਂ ਸਿਖਾਉਣੀਆਂ ਪੈ ਰਹੀਆਂ ਨੇ ਬਿਕੋਜ਼ ਅਸੀਂ ਇੰਨਾ ਜ਼ਿਆਦਾ ਪਲਟ ਚੁੱਕੇ ਹਾਂ। ਆਰ ਯੂ ਗੈਟਿੰਗ ਮਾਈ ਪੁਆਇੰਟ? ਇੰਨਾ ਜ਼ਿਆਦਾ ਪਲਟ ਚੁੱਕੇ ਹਾਂ। ਸੋ ਇਫ ਯੂ ਆਰ ਈਜ਼ੀ ਟੂ ਟ੍ਰੇਨ, ਇਟ ਇਜ਼ ਡਿਫਿਕਲਟ ਟੂ ਟ੍ਰੇਨ ਯੂਰ ਪੇਰੈਂਟਸ। ਯੂ ਆਰ ਸਟਿਲ ਈਜ਼ੀ ਟੂ ਟ੍ਰੇਨ ਬਿਕੋਜ਼ ਤੁਸੀਂ ਜੋ ਆਪ ਦਾ ਲਾਈਫ ਸਟਾਈਲ ਬਣਾ ਲਓਗੇ ਨਾ, ਤੁਸੀਂ ਕੈਰੀ ਕਰ ਲਓਗੇ। ਆਈ ਆਲਵੇਜ਼ ਵਾਂਟ ਟੂ ਐਡਰੈਸ ਯੰਗ ਚਿਲਡਰਨ, ਦੈਟਸ ਵਾਈ ਟੂ ਕਮ ਐਟ ਦਿਸ ਸਟੇਜ ਸੋ ਡੈਟ ਕਿ ਮੈਨੂੰ ਮੈਰਿਜ ਏਜ 'ਚ ਆ ਕੇ ਸਾਰੇ ਡਾਈਟ ਪਲਾਨਸ ਲੈ ਰਹੇ ਹੁੰਦੇ ਨੇ। ਕੋਈ ਕਹਿੰਦਾ ਸਾਨੂੰ ਪਤਲਾ ਕਰ ਦਿਓ, ਹੁਣ ਸਾਡਾ ਵਿਆਹ ਹੈ, ਕੀ ਕਰਾਂ ਮੈਂ? ਇੰਨੇ ਸਾਲ ਤਾਂ ਤੁਸੀਂ ਸੋਚਿਆ ਨਹੀਂ, ਹੁਣ ਮੈਂ ਕਿਵੇਂ ਪਤਲਾ ਕਰਾਂ? It is very difficult for me. So I just make a point whenever I had a chance to interact with young people, I should go because it is
ਪੜ੍ਹਾਈ ਤੁਸੀਂ ਬਹੁਤ ਮੱਲੇ ਮਾਰ ਲੋਗੇ ਬੱਚੇ, ਤੁਸੀਂ ਬਹੁਤ ਅੱਛੀ ਜਗ੍ਹਾ ਤੇ ਹੋ, ਤੁਹਾਨੂੰ ਓਪਰਚੁਨਿਟੀਜ਼ ਮਿਲਣਗੀਆਂ, ਬਟ ਹੈਲਥ ਅਗਰ ਸਾਥ ਨਹੀਂ ਦੇਗੀ then it is very difficult. You should be self reliant by that time. ਤੁਸੀਂ ਇੰਨੀ ਕੁਕਿੰਗ ਸਿੱਖ ਜਾਓ ਕਿ ਤੁਸੀਂ 12th ਤੋਂ ਬਾਅਦ ਬਾਹਰ ਜਾਓਗੇ, you should be able to cook for yourself if you are not getting good food. It is very important life skill, ਚਾਹੇ ਉਹ boys ਨੇ ਚਾਹੇ ਉਹ girls ਨੇ। ਕੁਕਿੰਗ ਇਜ਼ ਅ ਵੈਰੀ ਇੰਪੋਰਟੈਂਟ ਲਾਈਫ ਸਕਿੱਲ, ਔਰ ਪ੍ਰੋਪਰ ਉਹਦੀ ਨੌਲੇਜ, ਹੈਲਥ ਦੀ ਨੌਲੇਜ ਲੈਣਾ ਇਸੇ ਸਟੇਜ ਦੇ ਵਿੱਚ ਇੰਪੋਰਟੈਂਟ ਹੈ। ਬੱਚੇ ਅਗਰ ਸਰੀਰ ਤੰਦਰੁਸਤ ਹੋਏਗਾ ਤੁਸੀਂ ਜਿੰਨਾ ਮਰਜ਼ੀ ਅਚੀਵ ਕਰ ਲਓ ਲਾਈਫ ਦੇ ਵਿੱਚ। I have seen people taking back from their IIT college because of health. नहीं कोप अप कर पाते हो, हॉस्टल लाइफ नहीं हो पाता, बड़ा मुश्किल हो जाता है। दिस इज़ द टाइम, ठीक है। उस तो बाद सो डिनर शुड बी लाइट, इट शुड बी लाइट। दाल फुल्का खाओ, साडी ट्रेडिशन च बनया है, कोई सीजनल वेजिटेबल नाल तुसी खाओ, सूप पियो सब्जियां दा अजकल हैगियां, एंड इंश्योर कि 2-3 घंटे सौण तो पहलां तुसी खा लो, सो डैट कि सौण दे टाइम तक हजम हो जाए। यू कैन हैव अ कप ऑफ मिल्क एट नाइट बिफोर स्लीपिंग, इट इज़ वेरी गुड। दुध पीण दा सब तो बेस्ट टाइम रात है, सौण तो पहलां, राइट। सो दिस इज सम टिप्स अबाउट डाइट। वट अबाउट लाइफ स्टाइल? हुण डाइट दे नाल नाल लाइफ स्टाइल भी इंपॉर्टेंट है। लाइफ स्टाइल दे विच डेली रूटीन दे विच जिन्हों कि आपां बोलदे हां दिनचर्या, दिनचर्या साडा दिन किवें जिहा होना चाहिदा है। नाउ वेक अप अर्ली अराउंड सनशाइन, सबनों पता होएगा, सबनों ही पता है। स्कूल आना फिर तो उठना ही उठना है, मजबूरी है। छुट्टी वाले दिन वैसे मजे करते हैं। इट इज़ ईजी टू गो, बट ट्राई टू मेक अ रूटीन कि मजबूरी च नहीं उठना, अपने बॉडी ਨੂੰ ਉਸ ਤਰ੍ਹਾਂ ਢਾਲ ਲਈਏ ਕਿ ਨਹੀਂ ਵੀ ਕੁਝ ਹੋਵੇ, we will wake up because we will work for ourselves. That is the best hour to wake up and study also, क्योंकि I find children studying at night these days. Again it is creating a problem. ਬੱਚਿਆਂ ਦੀ ਆਦਤ ਪੈ ਚੁੱਕੀ ਹੈ ਰਾਤੀ ਲੇਟ ਨਾਈਟ ਪੜ੍ਹਨ ਦੀ। ਹੁੰਦਾ ਇਸ ਤਰ੍ਹਾਂ, ਰਾਤੀ ਜਗਾ ਲਓ, ਸਵੇਰੇ ਨਹੀਂ ਉਠਾਓ। ਐਂਡ ਦੈਨ ਰਾਤ ਨੂੰ ਜਗਣ ਲਈ ਕੀ ਕੁਝ ਚਾਹੀਦਾ, ਹੁਣੇ ਮੈਂ ਤੁਹਾਨੂੰ ਦੱਸ ਕੇ ਹਟੀ ਹਾਂ ਕਿ ਯੂ ਹੈਵ ਅ ਲਾਈਟ ਡਿਨਰ, ਲਾਈਟ ਡਿਨਰ ਲੈ ਕੇ ਸੌਣਾ ਹੈ। ਹੁਣ ਲਾਈਟ ਡਿਨਰ ਲੈ ਕੇ ਅਗਰ ਤੁਸੀਂ ਜਾਗੋਗੇ ਫਿਰ ਤਾਂ ਭੁੱਖ ਲੱਗੇਗੀ। ਦੈਨ ਆਈ ਸੀ ਚਿਲਡਰਨਸ ਮੰਚਿੰਗ ਐਟ ਨਾਈਟ, ਰਾਤੀ ਫਿਰ ਚਿਪਸ ਵੀ ਖਾ ਰਹੇ ਹੁੰਦੇ, ਸਭ ਕੁਝ ਖਾ ਰਹੇ ਹੁੰਦੇ ਨੇ, ਐਂਡ ਦੈਟ ਇਜ਼ ਮੈਂ ਕਹਿੰਦੀ ਹਾਂ ਕਿ ਸਭ ਤੋਂ ਜ਼ਿਆਦਾ ਹਾਰਮਫੁਲ ਹੈ ਤੁਹਾਡੀ ਬੋਡੀ ਲਈ। गेट अप अर्ली इन द मॉर्निंग, थोड़ा जहा चेंज करो, ड्रिफ्ट। दिस इज वॉट वी से अबाउट द ड्रिफ्ट ऑफ लाइफ स्टाइल, जिवें डाइट च चेंजेस ने, लाइफ स्टाइल के चेंजेस ने। ट्राई टू स्लीप अर्ली एंड गेट अप इन द मॉर्निंग, बाय 4 even you can rise up and study at that time. You can start again your day with that lukewarm water, हल्का जा लैके nuts खा के you can sit and study at that time. जो रात नूं पढ़ना सवेरे भी पढ़िया जा सकता है, but that will be retained by your mind. इहदे विच साइंस भी तुहानूं सपोर्ट करती है कि सवेर का पढ़िया तो हमेशा लंबे समय तक याद रहता है, राइट। एग्जैक्टली, दिस इज अ मैटर ऑफ अ काउंसलिंग राइट नाउ, दिस इज अ मैटर ऑफ काउंसलिंग। वी कांट एक्सेप्ट विच इज रॉन्ग, समवन हैज टू ब्रिंग अ रेवोल्यूशन माय डियर, इट इज वेरी इंपॉर्टेंट। वी पेरेंट्स ऑल्सो हैव टू स्ट्रगल फॉर दैट। सी चिल्ड्रन आर ड्रिंकिंग ब्लैक कॉफी एट नाइट टू रिमेन अवेक। हाँ, सिर्फ मिल्क पी के आए। सवेरे मिल्क कफवर्धक, इन्ना कफवर्धक होंदा है सवेर वेले, बिकॉज देखो वी हैव दिस इज़ अगेन मैं डिटेल से चली जावांगी बिकॉज आई कैन हैव ना आयुर्वेद ਦੇ ਵਿੱਚ ਨਾ ਹਰ ਦਿਨ ਨੂੰ ਪੂਰੇ 24 ਆਵਰਸ ਨੂੰ ਵਾਤ ਪਿੱਤ ਕਫ ਦੇ ਅਕੋਰਡਿੰਗ ਡਿਵਾਈਡ ਕੀਤਾ ਗਿਆ ਹੈ। ਸੋ ਸਵੇਰੇ 6 ਤੋਂ 10 ਦਾ ਟਾਈਮ ਜਿਹੜਾ ਹੁੰਦਾ ਨਾ, ਸਵੇਰੇ 6 ਤੋਂ ਲੈ ਕੇ ਸਵੇਰੇ 10 ਵਜੇ ਤੱਕ ਟਾਈਮ ਕਫਾ ਕਾਲ ਹੁੰਦਾ ਹੈ। ਕਫਾ ਇਜ਼ ਸਮਥਿੰਗ ਵਿਚ ਇਜ਼ ਸਟੈਗਨੈਂਟ, ਜਿੱਥੇ ਤੁਹਾਡੀ ਬੋਡੀ ਹੈਵੀ ਹੁੰਦੀ ਹੈ। ਤੁਸੀਂ ਕਦੀ ਨੋਟਿਸ ਕਰੋ, ਜੇ ਤੁਸੀਂ अर्ਲੀ ਮਾਰਨਿੰਗ ਉੱਠਦੇ ਹੋ, ਰਾਈਟ, ਯੂ ਆਰ ਮੋਰ ਐਨਰਜੈਟਿਕ, ਮੋਸ਼ਨ ਵੀ ਪਾਸ ਹੋ ਜਾਂਦਾ ਹੈ। 6 ਵਜੇ ਤੋਂ ਬਾਅਦ ਅਗਰ ਤੁਸੀਂ ਅਵੋਇਡ ਕਰਦੇ ਹੋ ਉੱਠਣਾ ਜਾਂ ਦੁਬਾਰਾ ਸੋ ਜਾਂਦੇ ਹੋ, ਇਟ ਇਜ਼ ਵੈਰੀ ਟਫ ਟੂ ਵੇਕ ਅਪ। ਕਫ ਵੱਧ ਜਾਂਦਾ ਨੈਚੁਰਲੀ, ਉਹ ਟਾਈਮ ਵਾਤਾ ਦਾ ਸੀਗੀ। ਵਾਤਾ ਇਜ਼ ਵਟ ਇਨ ਆਯੁਰਵੇਦਾ, ਲੋਕੋਮੋਸ਼ਨ, ਚਲਣਾ ਫਿਰਨਾ, ਐਕਸਰਸਾਈਜ਼, ਦਿਸ ਇਜ਼ ਅਬਾਊਟ ਵਾਤਾ। ਕਹਿੰਦੇ अर्ਲੀ ਮਾਰਨਿੰਗ ਉੱਠ ਕੇ ਐਕਸਰਸਾਈਜ਼ ਕਰ ਲਓ, ਬੈਸਟ ਹੈ। ਕਫ ਵਾਲੇ ਟਾਈਮ ਦੇ ਵਿੱਚ ਅਗਰ ਉੱਠਦੇ ਹੋ ਤਾਂ ਐਕਸਰਸਾਈਜ਼ ਕਰੋ, ਕਫ ਰਿਡਿਊਸ ਹੋਏਗਾ ਤਾਂ ਤੁਹਾਨੂੰ ਭੁੱਖ ਲੱਗੇਗੀ। ਜਿਹੜਾ ਉੱਠ ਕੇ ਹੀ ਸਟੈਗਨੈਂਟ ਹੈ ਉਹਨੂੰ ਭੁੱਖ ਵੀ ਨਹੀਂ ਲੱਗੇਗੀ।
this is what the reason, but a practical scientific reason ਹੈ ਹਰ ਚੀਜ਼ ਦਾ। ਤੇ go by that, ਉਸ ਕਾਲ ਦੇ ਵਿੱਚ ਫਿਰ ਦੁੱਧ ਪੀ ਲੈਣਾ, ਦੁੱਧ ਹੋਰ। I request mother ਹੱਥ ਜੋੜ ਕੇ ਕਿ ਬੱਚਿਆਂ ਨੂੰ ਸਵੇਰੇ ਸਵੇਰੇ ਦੁੱਧ ਮਤ ਪਿਲਾਓ। Children come and vomit in school, vomit ਕਰਦੇ ਨੇ, ਉਹ ਇੰਨਾ ਕਫ ਹੈ ਉਹਨਾਂ ਦੇ ਅੰਦਰ। See, now most of the children are allergic right now, ਬੱਚਿਆਂ ਨੂੰ ਸਾਹ ਦੀ ਪ੍ਰੋਬਲਮ ਹੈ, ਕਿੰਨੀ ਜਲਦੀ ਨੈਬੂਲਾਈਜ਼ ਕਰਨਾ ਪੈ ਜਾਂਦਾ ਹੈ। This is all due to increased cough, ਉਹਦੇ ਵਿੱਚ ਡਾਈਟ ਵੀ ਅਸੀਂ ਕਫ ਵਰਧਕ ਦੇ ਰਹੇ ਹਾਂ। we can give good alternatives, we can give some fruit, we can give him ਉਹਨੂੰ ਫੁਲਕਾ ਸਬਜ਼ੀ ਖਵਾ ਕੇ ਭੇਜ ਸਕਦੇ ਹਾਂ, it is much better। ਸੋ ਇਹ ਥੋੜ੍ਹੀ ਥੋੜ੍ਹੀ ਚੀਜ਼ਾਂ ਨੇ ਮੈਂ ਤੁਹਾਨੂੰ ਦੱਸ ਰਹੀ ਹਾਂ, ਬਿਕੋਜ਼ it is everybody can get his diet planned as per their body type। ਮੈਂ ਕਹਿੰਦੀ ਉਸ ਚੀਜ਼ ਨੂੰ ਕਰੋ, ਬਟ ਜਰਨਲ ਰੂਲਸ ਤੇ ਸਭ ਨੂੰ ਫੋਲੋ ਕਰਨੇ ਜਿਹੜੇ ਅੱਜ ਮੈਂ ਤੁਹਾਨੂੰ ਦੱਸ ਰਹੀ ਹਾਂ। these are the journal rules, right? And then coming to physical activity, ਜਿਹੜੀ ਮੈਂ ਹੁਣੇ ਗੱਲ ਕਰਕੇ ਹਟੀ ਹੈ ਕਿ it is very important ਕਿਸੇ ਵੀ ਤਰੀਕੇ ਦੀ ਫਿਜ਼ੀਕਲ ਐਕਟ, ਬਿਕੋਜ਼ ਬੇਟਾ ਹੁਣ ਇਹ ਸਾਲ ਨੇ ਅੱਗੋਂ ਆ ਕੇ ਬਹੁਤ ਸਟੈਗਨੈਂਟ ਈਅਰਸ ਹੋ ਜਾਣੇ ਨੇ। ਜਦੋਂ ਤੁਸੀਂ ਤਿਆਰੀ ਕਰਦੇ ਹੋ, ਆਈ ਹੈਵ ਸੀਨ ਬੱਚੇ ਜਿਹੜੇ ਕੰਪੀਟੀਟਿਵ ਤਿਆਰੀ ਕਰਦੇ ਨੇ ਉਹ ਬਹੁਤ weight gain ਕਰ ਲੈਂਦੇ ਨੇ। ਆਈ ਸਵੇਅਰ ਕਿ ਬਹੁਤ ਅੱਛੀ ਸੀਟਸ ਉਹ ਲੈ ਸਕਦੇ, ਬਹੁਤ ਅੱਛੀ ਰੈਂਕਸ ਉਹ ਲੈ ਸਕਦੇ ਨੇ, ਬਟ what at the cost of health? ਇਟ ਇਜ਼ ਵੈਰੀ ਬਹੁਤ ਮੁਸ਼ਕਿਲ ਹੈ। ਗਰਲਸ ਨੂੰ PCOD ਦੀ ਪ੍ਰੋਬਲਮ ਇੰਨੀ ਕਾਮਨ ਹੋ ਗਈ ਹੈ ਬਿਕੋਜ਼ ਆਫ ਦਿਸ। ਸੋ ਐਵਰੀਥਿੰਗ ਸ਼ੁੱਡ ਗੋ ਹੈਂਡ ਇਨ ਹੈਂਡ। ਆਪਾਂ ਬੈਲੈਂਸ ਦੀ ਗੱਲ ਕਰ ਰਹੇ ਹਾਂ ਨਾ, ਹੈਲਥ ਅਸੀਂ ਸਟਾਰਟਿੰਗ ਹੀ ਹੈਲਥ ਤੋਂ ਕੀਤਾ ਸੀਗਾ, ਜਿੱਥੇ ਬੈਲੈਂਸ ਹੋਏਗਾ। ਥੋੜ੍ਹੇ ਟਾਈਮ ਲਈ ਤੁਸੀਂ ਮਿਸ਼ਨ ਵਿੱਚ ਹੋ, ਇਟ ਇਜ਼ ਓਕੇ, ਕਿਉਂਕਿ ਕਿਹਾ ਜਾਂਦਾ ਨਾ ਕਿ 4 ਲੋਕ ਮਿਸ਼ਨ 'ਚ ਹੁੰਦੇ, ਉਹਨਾਂ ਨੂੰ ਹਰ ਚੀਜ਼ ਮਾਫ ਹੁੰਦੀ ਹੈ। ਆਈ ਥਿੰਕ ਉਹ ਮੈਂ ਭੁੱਲ ਰਹੀ ਹਾਂ, ਜਿਹਦੇ ਵਿੱਚ ਸਟੂਡੈਂਟਸ ਵੀ ਆ ਜਾਂਦੇ ਨੇ। ਸਟੂਡੈਂਟਸ ਹੋ ਗਏ, ਸੈਨਿਕ ਹੋ ਗਿਆ ਜਿਹੜਾ ਆਰਮੀ 'ਚ ਹੈ ਨਾ, ਔਰ ਇੱਕ ਹੋਰ ਕੋਈ 2 ਪਰਸਨਸ ਹੁੰਦੇ ਨੇ, ਉਹ ਅਗਰ ਡਰਿਫਟ ਵੀ ਲੈਂਦੇ ਆਪਣੇ ਲਾਈਫ ਸਟਾਈਲ ਦਾ ਥੋੜ੍ਹੇ ਟਾਈਮ ਦੇ ਲਈ, ਉਹਨਾਂ ਨੂੰ ਮਾਫ ਹੈ, ਬਿਕੋਜ਼ ਦੇ ਨੀਡ ਦੈਟ। ਬਟ ਵਾਟ ਅਬਾਊਟ ਕਿ ਅਗਰ ਉਸ ਤੋਂ ਬਾਅਦ ਵੀ ਅਸੀਂ ਕੇਅਰ ਨਹੀਂ ਕਰਨੀ, ਅਤੇ ਅਗਰ ਤੁਹਾਡੀ ਆਦਤ ਪੈ ਜਾਏਗੀ ਨਾ, ਤੁਸੀਂ ਸਟੈਗਨੈਂਟ ਲਾਈਫ ਸਟਾਈਲ ਨੂੰ ਵੈਸੇ ਹੀ ਛੱਡ ਦੋਗੇ, ਰਾਈਟ? ਸਵੇਰੇ ਉੱਠ ਕੇ ਸੂਰਯ ਨਮਸਕਾਰ ਇਜ਼ ਦ ਬੈਸਟ ਥਿੰਗ ਟੂ ਡੂ। ਹਾਊ ਮੈਨੀ ਆਫ ਯੂ ਨੋ ਅਬਾਊਟ ਸੂਰਯ ਨਮਸਕਾਰ? ਸੂਰਯ ਨਮਸਕਾਰ ਸੁਣਿਆ, ਦਾ ਨਾਮ ਸੁਣਿਆ? ਕੀ ਹੈ? ਵਟ ਇਜ਼ ਇਟ? ਵਟ ਇਜ਼ ਸੂਰਯ ਨਮਸਕਾਰ? ਕੋਈ ਵੀ ਦੱਸੋ। ਅੱਛਾ, ਇਟਸ a asan, it's a type, it's a combination of asanas, not one asan, it is a combination of asanas। और ਕਿਹਾ ਜਾਂਦਾ ਹੈ ਕਿ ਆਪਣੇ 'ਚ ਕੰਪਲੀਟ ਹੈ। ਅਗਰ ਤੁਸੀਂ ਰੋਜ਼ ਹਰ ਚੀਜ਼ ਨਹੀਂ ਕਰ ਪਾ ਰਹੇ ਹੋ, ਸਾਰੀ ਐਕਸਰਸਾਈਜ਼, ਲਰਨ ਸੂਰਯ ਨਮਸਕਾਰ। ਦੇयर इज अ 14 ਗੂਗਲ 'ਚ ਬਹੁਤ ਸੋਹਣੇ YouTube ਵੀਡੀਓਜ਼ ਹੈਗੇ ਨੇ, 14 ਸਟੈਪਸ ਨੇ ਜਾਣ ਦੇ, 14 ਸਟੈਪ ਵਾਪਸ ਆਉਣ ਦੇ। ਆਈ ਐਮ ਨੋਟ ਗਿਵਿੰਗ ਅ ਡੈਮੋ ਰਾਈਟ ਨਾਓ ਹੇਅਰ, ਅਸੀਂ ਕਦੀ ਪਲਾਨ ਕਰ ਲਾਂਗੇ ਇਸ ਚੀਜ਼ ਦੇ ਲਈ ਵੀ, ਬਟ ਇਸ ਤੁਹਾਡੇ ਕੋਲ ਸਾਰੀ ਇਨਫੋਰਮੇਸ਼ਨ ਹੈ, ਬਟ ਆਈ ਐਮ ਟੈਲਿੰਗ ਅਬਾਊਟ ਇਟ। ਇਹ ਬਹੁਤ ਹੀ ਫਾਇਦੇਮੰਦ ਹੈ। ਜੇ ਇਸ ਨੂੰ ਤੁਸੀਂ 10-15 ਮਿੰਟ ਪ੍ਰੈਕਟਿਸ ਕਰ ਲੈਂਦੇ ਹੋ, ਇਟ ਕੰਪਲੀਟਸ ਆਲ ਐਕਸਰਸਾਈਜ਼ਸ। ਉਹਦੇ ਵਿੱਚ ਬਰੀਦਿੰਗ ਵੀ ਆ ਜਾਂਦੀ ਹੈ, your breathing is also included in that, right? And here what it works on your mind, क्योंकि stress हर किसी ਨੂੰ ਹੈ ਬੱਚੇ ਅੱਜ ਕੱਲ੍ਹ, everybody ਜਿਸ ਨਾਲ ਵੀ ਗੱਲ ਕਰ ਲਓ, each and every person had their own kind of stress, right? ਹੁਣ ਸਟ੍ਰੈਸ ਤੇ ਹੈ, ਇਸ ਫੈਕਟ ਨੂੰ ਤੇ ਐਕਸੈਪਟ ਕਰਨਾ ਪਏਗਾ। ਦੈਨ ਉਸ ਸਟ੍ਰੈਸ ਨੂੰ ਆਪਣੇ ਤੇ ਟੋਲ ਲੈ, ਉਹ ਸਾਡੇ ਤੇ ਹਾਵੀ ਹੋ ਜਾਏ ਜਾਂ ਅਸੀਂ ਉਸ ਤੇ ਹਾਵੀ ਹੋਈਏ, ਇਹ ਸਾਡੇ ਹੱਥ 'ਚ ਹੈ। So these are the techniques from which you can start your day at a good note, and these actually helps। ਇਸ ਤੋਂ ਬਾਅਦ ਅਗਰ ਤੁਸੀਂ 5 ਮਿੰਟਸ ਦੀ ਸਿੰਪਲ ਮੈਡੀਟੇਸ਼ਨ ਵੀ ਕਰਦੇ ਹੋ ਜਾਂ ਬਰੀਦਿੰਗ ਐਕਸਰਸਾਈਜ਼ ਕਰਦੇ ਹੋ, ਇਟ ਹੈਲਪਸ ਯੂ ਅ ਲੋਟ ਟੂ ਹੀਲ। ਬਿਕੋਜ਼ ਡੈਟ ਵੀ ਕੀ ਹੁੰਦਾ, ਸਵੇਰ ਦੇ ਟਾਈਮ ਕਹਿੰਦੇ ਕਿ ਹਵਾ ਸਭ ਤੋਂ ਸਾਫ਼ ਹੁੰਦੀ ਹੈ, ਠੀਕ ਹੈ? ਆਕਸੀਜਨ ਮੈਕਸਿਮਮ ਤੁਹਾਡੇ ਅੰਦਰ ਜਾਂਦਾ ਹੈ। ਆਕਸੀਜਨ ਅੰਦਰ ਜਾ ਕੇ ਕੀ ਕਰਦਾ ਹੈ, ਇਹ ਮਾਡਰਨ ਸਾਇੰਸ ਕਹਿੰਦੀ ਹੈ। ਆਯੁਰਵੇਦ ਤੇ ਕਹਿੰਦਾ ਕਿ ਤੁਸੀਂ योगासन करो, प्राणायाम करो, you be healthy। How science explain it is कि you intake more oxygen inside, और ऑक्सीजन की करता है कि ਤੁਹਾਡੀ फ्री radicals ਜਿਹੜੀ कि थ्योरी है behind degeneration ਉਹਨੂੰ खत्म करता है, मतलब एज एन एंटीऑक्सीडेंट काम करता है। जो अच्छा आहार करेगा, ऑक्सीजन इज लाइफ फॉर योर बॉडी, यू गेट मोर ऑक्सीजन, ਤੁਹਾਡੀ ब्रीदिंग कैपेसिटी इंप्रूव होएगी तो योर बॉडी विल बी मोर हेल्दी। सो दिस इज द साइंस बिहाइंड इट।
So you should actually plan ਜਿਹੜਾ ਮੈਂ physical activity, encourage regular exercise, yoga ਜਾਂ sports, any kind of sports also you can take in school sports ਹੋ ਰਿਹਾ, ਹਮੇਸ਼ਾ active ਰਹੋ ਇਸ ਚੀਜ਼ ਦੇ ਲਈ। ਤੁਸੀਂ ਬੱਚਿਓ ਕੁਛ ਨਹੀਂ, jogging running ਹੀ ਕਰ ਲਓ ਆਪਣਾ group ਬਣਾ ਕੇ, right? Adequate sleep. How important is sleep? Give me one example how it is very important. खाली बोलन नाल नहीं, इत्थों भी कोई बोले नींद कितनी को जरूरी है जी? और बहुत जरूरी है, मैनू भी पता है, एक्सप्लेन करो की हुंदा जदों नींद पूरी नहीं हुंदी? एकदम कट्ठी आवाज नहीं आती मैनू। हेडेक, होर डार्क सर्कल्स, बड़ा पता है। यस, वन बाय वन। देयर इज अ साइंटिफिक रीजन फॉर इट, एक्चुअली साइंटिफिक रीजन है स्लीप क्यों किया जाता है। दैट इज द टाइम व्हेन योर बॉडी रिपेयर इटसेल्फ, है ना, बॉडी का एक रिपेयर प्रोसेस भी है, एंड यू शुड गिव दैट टाइम, नेचुरल टाइम टू बॉडी टू रिपेयर एंड एट अ अप्रोप्रिएट टाइम ऑल्सो। क्योंकि जो मैं तुहानूं दस्सिया कि दो जड़ा है सर्कल चल रहा है ना वात पित्त कफ दा, रात नूं भी उस तरह रिपीट होंदा है, राइट? से 10 to 2 PM, 10 PM to 2 PM इज़ अ टाइम जदों साडा पित्ता काम कर रहा होंदा है, एंड दैट इज़ अ टाइम अगर तुसी उस वेले अवेक होंदे हो, उस वेले तुसी जागदे होंदे हो, उस टाइम नूं जाग के कढ़दे हो, यू ऑफन सी कि सवेरे उठ के तुहानूं एसिडिटी जी बनी होंदी है। कदी राती जाग के ए फील किया सवेरे वात आंदे कौड़े निकलदे? दैट इज़ ऑल पित्ता, इट इज़ डिस्टर्ब्ड, इट्स अ साइन दैट यू हैव डिस्टर्ब्ड योर पित्ता। योर लिवर विल नॉट वर्क प्रॉपरली फॉर अ लॉन्ग टाइम। अगर तुसी इस टाइम नूं, लाइक इट इज़ अ वेरी क्वालिटी टाइम टू स्लीप, एक्चुअली अ क्वालिटी टाइम टू स्लीप। 3 बजे का जागना इसे करके बोलिया गया, सवेरे 3 बजे नींद खुलती है तो बहुत विरलियां दी खुलती है, उठो जप करो, इट्स अ वेरी साइंटिफिक। ब्रह्म मुहूर्त में उठना, 4 बजे उठना, इसे करके कहा गया है, बिकॉज द क्वालिटी टाइम टू स्लीप इज़ फ्रॉम 10 to 2 एंड मोस्टली पीपल गो टू बेड बाय 12 or 1 these days, 12 या 1 बजे सौंदे ने। सी हाउ दे आर डिट्योरिंग देयर हेल्थ। दवाइयाँ कुछ नहीं कर पाएंगियाँ, बिलीव मी, सारे टेस्ट करा लो ठीक आएंगे, इनिशियल स्टेज दे विच कोई टेस्ट नहीं बिगड़ता। ओनली थिंग इज़ कि दे विल बी अंडर स्ट्रैस, उन्होंने एनर्जी नहीं है, लैवल्स नहीं है, आउटपुट नहीं आ रही बॉडी की, वो परेशान होंगे ने, डॉक्टर्स कोल जाते हैं कि समथिंग इज़ रॉन्ग विद मी, बट डॉक्टर सेज कि एवरीथिंग इज़ फाइन विद योर रिपोर्ट्स, लेकिन कुछ सालों बाद वही चीज़ निकल के आती है एज अ डिजीज़। सो मेक इट अ हैबिट टू स्लीप एट टाइम। सी एडिक्वेट स्लीप, मैं तुहानूं कहा एडिक्वेट स्लीप, नॉट ओनली स्लीप, एडिक्वेट स्लीप इज़ इंपॉर्टेंट। दे विच टाइमिंग्स नूं लैके बहुत पर्टिकुलर है। समझ लो तुसी ਜਿਹੜਾ घंटा घटाते गए 10 ਤੋਂ 2 ਦਾ सौण का, ਉਹੀ ਤੁਹਾਡਾ ਅੱਗੇ ਜਾ ਕੇ प्रॉब्लम करेगा लॉन्ग टर्म ਦੇ ਵਿੱਚ। सो इट्स आइडल इवन यू स्लीप बाय 11, wake up by 6, it is okay, it is okay, but not late than that. If you have to study, you can go early as 9:30, you can wake up at 4. Make it that cycle. कुछ नहीं है, 24 घंटे सारिਆਂ ਦੇ ਕੋਲ ਨੇ बेटा, बस उस 24 घंटे ਨੂੰ मैनेज किवें करना है, it is in our hand. डोंट गो, क्योंकि इट इज़ आसे पासे देखोगे तो आसे पासे बहुत कुछ गलत हो रहा है, और अगर मेजॉरिटी च कोई चीज़ हो रही है तो ज़रूरी नहीं कि वो सही हो रही होवे। सो वी ऑल नो अबाउट द राइट थिंग, इफ़ वी नो अबाउट द राइट थिंग वी कैन एटलीस्ट अप्लाई ऑन आवरसेल्फ। सो माइंडफुल प्रैक्टिसेस केड़ियां ने? एनकरेज मैडिटेशन। तुहाडी स्टेज विच इज़ वेरी डिफिकल्ट कि हाली मैं मैडिटेशन बारे समझावां, बिकॉज नहीं हुंदी, इट इज़ नॉट ईजी टू मैडिटेट, है ना। मैं कहां अखां बंद करके लंबे साह लो, बड़ी ये वर्कशॉप्स होंदियां मैडिटेशन दियां, प्रॉपर सिखाया जाता है, दे आर टेक्निक्स एंड यू कैन लर्न थ्रू दैट, बट एटलीस्ट ब्रीदिंग, लॉन्ग ब्रीदिंग वेन एवर यू आर इन स्ट्रैस, तुसी एक एक्सरसाइज से जरूर कर सकते हो, दैट यू कैन सिट सिंपली विद योर हैंड्स ऑन योर लैप, चौकड़ी मार के बैठो, डीप ब्रीथ और मुंह तो बाहर कढ़ना सा,
ਰਿਪੀਟਡ ਨੰਬਰ ਆਫ ਟਾਈਮਸ। ਜਦੋਂ ਵੀ ਕਦੀ ਸਟ੍ਰੈਸ 'ਚ ਹੋਵੋ, ਗੁੱਸੇ ਵਿੱਚ ਹੋਵੋ, ਟਰਾਈ ਦਿਸ, ਰਾਈਟ, ਦਿਸ ਸਿੰਪਲ ਪ੍ਰੈਕਟਿਸ। ਸੋ ਦੀਜ਼ ਐਕਚੁਅਲੀ ਵਰਕਸ। ਬਹੁਤ ਜ਼ਿਆਦਾ ਜੋ ਅੰਦਰ ਉਸ 'ਚ ਆ ਜਾਂਦੇ ਨੇ ਬੱਚੇ, ਔਰ ਇਫ ਯੂ ਆਰ, ਮੈਂ ਕਹਿੰਦੀ ਹਾਂ, ਸਪਿਰਿਚੁਅਲ ਡਿਸਪਲਿਨਡ ਹੋ, ਬਾਣੀ ਨਾਲ ਜੁੜੇ ਹੋ, you know everything, ਤੁਹਾਡਾ thought process clear ਹੋਏਗਾ, then nothing can overshadow you, nothing can overshadow you। ਅੱਜ ਪੜ੍ਹਾਈ ਦਾ ਚੈਲੰਜ ਹੈ, ਲਾਈਫ 'ਚ ਕੱਲ ਕੁਝ ਹੋਰ ਚੈਲੰਜ ਹੋਏਗਾ, ਚੈਲੰਜਸ ਤੇ ਆਉਂਦੇ ਹੀ ਰਹਿਣਗੇ। ਸੀ ਹਾਊ ਆਈ ਐਮ ਪ੍ਰੀਪੇਅਰਡ ਫॉर ਇਟ, ਦਿਸ ਯੂ ਨੋ। ਤੇ ਅੱਜ ਕੱਲ੍ਹ ਇਹ ਚੀਜ਼ਾਂ ਕਰਨੀਆਂ ਪੈਂਦੀਆਂ ਹਾਰਡਲੀ ਬੱਚਿਆਂ ਦੀ ਸਟੇਜ ਦੇ ਵਿੱਚ ਆ ਕੇ। ਤਾਂ ਮਾਈਂਡਫੁਲ ਪ੍ਰੈਕਟਿਸਿਸ, ਦੇਅਰਫੋਰ ਆਈ ਹੈਵ ਮੈਂਸ਼ਨ ਕਿ meditation, deep breathing exercises for stress relaxation, it is very important। Now last but not the least, seasonal adaptation। seasonal adaptation क्यों important है? देखो ਇਹ ਵੀ ਇੱਕ point ਹੈ ਜੋ ਬਹੁਤ ਜ਼ਿਆਦਾ ਅੱਜ ਕੱਲ੍ਹ ਮਿਸ ਹੁੰਦਾ ਹੈ, that's why I have mentioned, ਕਿਉਂਕਿ ਗੱਲਾਂ ਤੇ ਬਹੁਤ ਸਾਰੀਆਂ ਬੇਟਾ ਹਰ ਐਸਪੈਕਟ ਤੋਂ ਕਰਨ ਵਾਲੀਆਂ, but I have just take some bullet points to mention। seasonal adaptation ਇਹ ਹੈਗਾ because we have lost knowledge about our seasons। ਸਾਨੂੰ ਪਰਮਾਤਮਾ ਨੇ, we are in India and we are blessed that we have 4 different seasons। ਸਾਨੂੰ 4 different ਤਰੀਕੇ ਦੇ seasons ਮਿਲਦੇ ਨੇ, summers, winters, autumns, springs, and our body respond accordingly in every season। there's a difference। ਤੁਸੀਂ ਦੇਖੋ ਗਰਮੀਆਂ 'ਚ ਜੋ ਸਾਡਾ ਲਾਈਫ ਸਟਾਈਲ ਹੁੰਦਾ ਉਹ ਵਿੰਟਰਸ 'ਚ ਨਹੀਂ ਹੁੰਦਾ, there's difference। ਸੇ ਅਬਾਊਟ ਫੂਡ, ਨਾਓ ਆਈ ਐਮ ਆਸਕਿੰਗ ਅਬਾਊਟ ਫੂਡ। ਅਸੀਂ ਫੂਡ ਨੂੰ ਕਿਸ ਤਰ੍ਹਾਂ ਮੈਨੀਪੂਲੇਟ ਕਰਤਾ ਹੈ। ਪਰਮਾਤਮਾ ਨੇ, ਨੇਚਰ ਨੇ ਸਾਨੂੰ ਬਹੁਤ ਅੱਛੀ ਗਾਈਡਲਾਈਨ ਦਿੱਤੀ ਹੈ, ਸੋਚਣ ਦੀ ਵੀ ਲੋੜ ਨਹੀਂ ਸੀਗੀ। ਜੋ ਸੀਜ਼ਨ ਦਾ ਆਉਂਦਾ ਹੈ ਨਾ ਉਹ ਖਾ ਲਓ, ਤੁਸੀਂ ਬਿਮਾਰੀਆਂ ਤੋਂ ਬਚ ਜਾਓਗੇ। ਦੇयर ਇਜ਼ ਅ ਸਾਇੰਸ ਬਿਹਾਈਂਡ ਇਟ। ਧਰਤੀ ਉਗਾਉਂਦੀ ਹੀ ਹੋਈ ਹੈ ਉਸ ਸੀਜ਼ਨ ਦੇ ਵਿੱਚ, ਉਹ ਚੀਜ਼ ਉਸ ਸੀਜ਼ਨ 'ਚ ਉਗ ਰਹੀ ਹੈ। ਨਾਓ ਦੀਜ਼ ਡੇਜ਼ ਵਟ ਵੀ ਆਰ ਹੈਵਿੰਗ ਇਨ ਫਰੂਟਸ, ਐਗਜ਼ਾਮਪਲ ਨਾਲ ਤੁਹਾਨੂੰ ਕਲੀਅਰ ਕਰਦੀ ਹਾਂ। ਕਿੰਨੂ ਔਰੇਂਜ ਐਂਡ ਗੁਆਵਾ, ਅਮਰੂਦ ਆ ਰਿਹਾ, ਚੀਕੂ ਆ ਰਿਹਾ। ਚੀਕੂ ਆਉਂਦਾ ਵਿੰਟਰਸ 'ਚ, ਸੌਰੀ ਸਮਰਸ 'ਚ ਨਹੀਂ। ਕਦੀ ਸੋਚਿਆ ਕਿਉਂ ਆਇਆ ਵਿੰਟਰਸ 'ਚ? ਇਟ ਹੈਜ਼ ਅ ਪ੍ਰੋਪਰਟੀ ਟੂ ਲੋਅਰ ਯੋਰ ਕਫਸ। ਇਹ ਵਿੰਟਰਸ ਵਿੱਚ ਕਫ ਵੱਧਦਾ ਹੈ, ਯੂ ਹੈਵ ਟੂ ਈਟ ਇਟ। ਨੈਚੁਰਲੀ ਟੇਕ ਕੇਅਰ ਹੋ ਜਾਏਗਾ ਤੁਹਾਡੀ ਬੋਡੀ 'ਚ ਜੋ ਚੇਂਜਸ ਆ ਰਹੇ ਨੇ। ਓਨਲੀ ਯੂ ਹੈਵ ਟੂ ਡੂ ਈਟ ਸੀਜ਼ਨਲ। ਬਟ ਵਟ ਵੀ ਆਰ ਡੂਇੰਗ, ਅਸੀਂ ਤੇ ਨॉन ਸੀਜ਼ਨਲ ਫਰੂਟ, ਵਾਟਰਮੈਲਨ ਵੀ ਖਾ ਕੇ ਰਾਜੀ ਹਾਂ ਅੱਜ ਦੇ ਟਾਈਮ ਦੇ ਵਿੱਚ। ਨਹੀਂ ਵਧੀਆ ਲੱਗਦਾ ਨਾ, ਵਿਆਹ ਸ਼ਾਦੀਆਂ 'ਚ ਜਾਓ ਸਾਰੇ ਫਰੂਟਸ ਲੱਗੇ ਹੁੰਦੇ, ਸੀਜ਼ਨਲ ਛੱਡ ਕੇ ਹਰ ਅਨਸੀਜ਼ਨਲ ਨॉन ਸੀਜ਼ਨਲ ਫਰੂਟ ਖਾਧਾ ਜਾਂਦਾ। ਹੁੰਦਾ ਕਿ ਨਹੀਂ ਹੁੰਦਾ? ਵਾਈ? ਨੋ ਬੇਟਾ, ਡੋਂਟ ਗੋ ਅਗੇਂਸਟ ਨੇਚਰ। ਨੇਚਰ ਹੈਜ਼ ਪਲਾਨਡ ਐਵਰੀਥਿੰਗ। ਸੀ ਉਹ ਕੋਲਡ ਸਟੋਰੇਜ 'ਚੋਂ ਆ ਰਿਹਾ, ਪਹਿਲੀ ਗੱਲ ਕੋਈ ਨਿਊਟ੍ਰੀਐਂਟ ਵੈਲਿਊ ਨਹੀਂ ਹੈ ਉਹਦੇ ਵਿੱਚ, ਬਹੁਤ ਸਾਰੇ ਕੈਮੀਕਲਸ ਹੋਣਗੇ। ਐਪਲਸ ਦਾ ਵੀ ਇਹੀ ਹਾਲ ਹੈ। ਇੱਕ ਚੀਜ਼ ਗੰਢ ਬਣ ਲਓ, ਈਟ ਸੀਜ਼ਨਲ ਬਾਏ ਲੋਕਲ। ਇਹਦਾ ਕੀ ਮਤਲਬ ਹੋਇਆ? ਇਟਸ ਅ ਮੰਤਰਾ ਫॉर ਸਿਹਤ। ਈਟ ਸੀਜ਼ਨਲ ਬਾਏ ਲੋਕਲ। ਤੁਹਾਡੇ ਆਲੇ ਦੁਆਲੇ ਜੋ ਉਗ ਰਿਹਾ ਨਾ, ਜੋ ਤੁਹਾਨੂੰ ਲੋਕਲ ਮਾਰਕੀਟ 'ਚੋਂ ਆ ਰਿਹਾ, ਈਟ ਦੈਟ। ਗॉट ਮਾਈ ਪੁਆਇੰਟ? ਅੱਜ ਕੱਲ੍ਹ ਕੀ ਆ ਰਿਹਾ? ਅਮਰੂਦ ਮਿਲ ਰਿਹਾ ਸਾਨੂੰ, ਇਟਸ ਅ ਵੈਰੀ ਗੁੱਡ ਫਰੂਟ ਦੀਸ ਡੇਜ਼, ਠੀਕ ਹੈ। ਲੋਕਲ ਮਾਰਕੀਟ 'ਚ ਹੋਰ ਕੀ ਆ ਰਿਹਾ? ਹੁਣ ਨਾਓ ਵੀ ਵਿਲ ਹੈਵ ਗ੍ਰੇਪਸ, ਵੀ ਸ਼ੁੱਡ ਸਟਾਰਟ ਫॉर grapes also। should we go for watermelons? no। should we go for भिंडी these days? तो स्वाद बहुत है, बोर हो गया गोभी खा खा के। I think you got my point। ਪਹਿਲੀ ਗੱਲ ਤੇ ਮੈਂ ਬਹੁਤ ਸਾਰੇ ਬੱਚਿਆਂ ਨਾਲ ਗੱਲ ਕਰਦੀ ਹਾਂ, ਅੱਜ ਕੱਲ੍ਹ ਬਹੁਤ ਸਾਰੇ ਲੋਕਾਂ ਨੂੰ ਇਹ ਵੀ ਨਹੀਂ ਆਈਡੀਆ ਰਹਿ ਗਿਆ ਕਿ ਸੀਜ਼ਨਲ ਕੀ ਹੈ, ਕਿਉਂਕਿ ਸਾਨੂੰ ਪਤਾ ਹੁੰਦਾ ਸੀ, ਕਿਉਂਕਿ ਮਟਰ ਸਾਰੇ ਸਾਲ ਆਉਂਦੇ ਨੇ, ਹੈ ਨਾ। ਬਹੁਤ ਸਾਰੀ ਵੈਜੀਟੇਬਲਸ ਨੇ ਜਿਹੜੇ ਸਾਰੇ ਸਾਲ ਅਵੇਲੇਬਲ ਨੇ, ਬਟ ਦੇ ਆਰ ਨਾਟ ਕਮਿੰਗ ਫਰੋਮ ਲੋਕਲ ਮਾਰਕੀਟ। ਅਗਰ ਤੁਹਾਨੂੰ ਮਟਰ ਮਿਲ ਰਿਹਾ ਗਰਮੀਆਂ 'ਚ, ਤਾਂ ਉਹ ਸ਼ਿਮਲਾ ਦਾ ਮਟਰ ਆ ਰਿਹਾ, ਇਟ ਇਜ਼ ਨਾਟ ਯੋਰ ਲੋਕਲ ਮਾਰਕੀਟ। ਆਲਵੇਜ਼ ਟਰਾਈ ਟੂ ਹੈਵ, ਇਹਦੀ ਨੌਲੇਜ ਰੱਖੋ ਬੇਟਾ। ਸਾਡੇ ਵੱਡਿਆਂ ਨੂੰ ਬਹੁਤ ਅੱਛੀ ਤਰ੍ਹਾਂ ਪਤਾ ਸੀ ਕਿਹੜੇ ਸੀਜ਼ਨ ਦੇ ਵਿੱਚ ਕਿਹੜਾ ਅੰਨ ਉਗਦਾ ਔਰ ਉਸ ਸੀਜ਼ਨ 'ਚ ਖਾਣਾ ਹੈ। ਚਾਵਲ ਖਾਣਾ ਹੈ, ਰਾਈਸ ਖਾਣੇ, ਅਤੇ ਉਹ ਪਤਾ ਹੁੰਦਾ ਸੀਗਾ ਪੁਰਾਣੇ ਚਾਵਲ ਖਾਣੇ ਨੇ, ਉਹਨੂੰ 1 ਸਾਲ ਰੱਖ ਕੇ ਪੁਰਾਣਾ ਚਾਵਲ ਖਾਣਾ ਹੈ। ਇਹ ਚੀਜ਼ਾਂ ਨਾ ਇਹ ਉਨੀਆਂ ਹੀ ਇੰਪੋਰਟੈਂਟ ਨੇ ਅੱਜ ਵੀ, ਉਨੀਆਂ ਸਾਇੰਟੀਫਿਕ ਵੀ ਨੇ। ਤੁਹਾਡੇ ਲੈਵਲ ਤੇ ਆਈ ਜਸਟ ਸੇ ਕਿ ਈਟ ਸੀਜ਼ਨਲ, ਹਮੇਸ਼ਾ ਧਿਆਨ ਰੱਖੋ ਕਿ ਕਿਹੜੀ ਚੀਜ਼ ਸੀਜ਼ਨਲ ਆਉਂਦੀ ਹੈ ਨਾ। ਰਾਈਟ ਟਾਈਮ ਕੀ ਹੈ, ਲੌਕੀ ਦਾ ਰਾਈਟ ਟਾਈਮ ਆਉਣ ਦਾ ਕੀ ਹੈ ਨਾ, ਉਦੋਂ ਖਾਣੀ ਹੈ। ਤੇ ਇਸ ਚੀਜ਼ ਨੂੰ ਧਿਆਨ ਰੱਖੋ। ਉਹਦੇ ਵਿੱਚ ਤੁਹਾਡਾ ਪੋਕਟ ਫਰੈਂਡਲੀ ਵੀ ਹੈ, ਤੁਹਾਡਾ ਬਜਟ ਵੀ ਵਧੀਆ ਰਹਿੰਦਾ ਹੈਗਾ, ਐਂਡ ਨੈਵਰ ਫੀਲ ਡਾਊਨ ਕਿ ਯੂ ਆਰ ਈਟਿੰਗ ਸਮਥਿੰਗ ਵੈਰੀ ਚੀਪ।
कि जब तक महंगा फ्रूट नहीं खाता तब तक सेहत नहीं बनेगी, जब तक कीवी नहीं खाती तब तक सेहत नहीं बनेगी. नो, वी डोंट हैव कीवी प्रोडक्शन इन इंडिया, एवरीथिंग इज इम्पोर्टेड. वाई टू गो फॉर सच अ कॉस्टली फूड व्हेन वी हैव गुआवा इन हैंड. ਸਾਡੇ ਮਿਲਟਸ ਜਿਹੜੇ ਨੇ ਨਾ, ਕਿਸੇ ਨੂੰ ਆਈਡੀਆ ਹੈ ਮਿਲਟਸ ਬਾਰੇ ਕੀ ਆਂਦਾ ਹੈ? ਜਵਾਰ, ਬਾਜਰਾ, ਰਾਗੀ, ਹੋਰ ਨਹੀਂ ਹੈਵ ਨੌਲੇਜ ਅਬਾਊਟ ਯੂਰ ਗ੍ਰੇਨਸ. ਇਹਦੇ ਪਿੱਛੇ ਮਤਲਬ ਤੁਸੀਂ ਕਰਦੇ ਆ ਨਾ, ਆਪਾਂ ਗੂਗਲ ਕਰਦੇ ਆ ਬਹੁਤ ਸਾਰੀ ਇਨਫੋਰਮੇਸ਼ਨ ਲਈ. ਕਾਂਟ ਯੂ ਗੂਗਲ ਫॉर योर हेल्थ? just have an insight. I have given you a very brief insight ki how important it is if we don't understand what we are eating. Junk food or junk files are the same thing. If junk files are to be put in dustbin, then junk food is also to be put in dustbin, not in our body. Yes. Ate mandir hai, right? Yes. Your own soul, परमात्मा ਦਾ ਅੰਸ਼ ਇਹਦੇ ਵਿੱਚ ਵਸ ਰਿਹਾ ਹੈ. Treat it as a sacred place and always think about that food that way. ਅਗਰ ਉਹ ਇਮੋਸ਼ਨਸ ਤੁਹਾਡੇ ਅੰਦਰ ਆਣਗੇ ਫਿਰ ਹੀ ਤੁਸੀਂ ਆਪਣੇ ਆਪ ਨੂੰ ਚੈੱਕ ਕਰ ਸਕੋਗੇ ਫਾਲਟੀ ਡਾਈਟ ਔਰ ਲਾਈਫ ਸਟਾਈਲ. ਅਦਰਵਾਈਜ਼ ਇਟ ਇਜ਼ ਵੈਰੀ ਡਿਫਿਕਲਟ ਥੀਸ ਡੇਜ਼ to get out of this lifestyle. We are also trying, we are also human being. I try day by day. I have also challenges. I am a family person. I do have a child at home. है ना, वो भी अपने बच्चों तो पेयर्स तो सुन के आंदा है, वो भी डिमांड करता है कि मैंने ये चीज़ खानी है, ਉਹਦੀ ਮੰਮਾ ਇਹਦੇ ਖਵਾ ਕੇ ਦੇ ਰਹੀ ਹੈ, ਤੁਸੀਂ ਗੰਦੇ ਹੋ. all these things. But we have to bring a revolution. We have to work for, especially for girls who are going to be our future mothers. If you have a right information, you can plan and maintain your whole family's health. ਕਿਉਂਕਿ ਸਾਡੇ ਹੱਥਾਂ ਵਿੱਚ ਹੀ ਹੁੰਦੀ ਹੈ, right? First take care of yourself and then your family. Yes, ma'am. So I am done with my topic today. Any questions from your side? I am ready to answer. Anything you want to ask? Ma'am, आज जिद्दां tap water ते filter water, tap water च जिद्दां minerals वगैरह होंदे. Please. अगर एक बच्चा क्वेश्चन पूछ रहा है, everybody will listen that. What's the question? Like tap water ਹੁੰਦਾ ਤੇ filter water ਦੇ ਵਿੱਚ ਸਾਰਾ ਕੁਝ ਹੀ ਫਿਲਟਰ ਹੋ ਜਾਂਦਾ ਤੇ ਸਿਰਫ ਵਾਟਰ ਰਹਿ ਜਾਂਦਾ, ਉਹਦਾ ਫਿਰ ਫਾਇਦਾ ਤਾਂ ਹੈ ਨਹੀਂ. ਟੈਪ ਵਾਟਰ ਫਿਰ ਅਸੀਂ ਕਹਿੰਦੇ ਆ ਕਿ ਉਹਦੇ ਵਿੱਚ ਕਈ ਵਾਰੀ ਗੰਦਾ ਪਾਣੀ ਆ ਜਾਂਦਾ, ਫਿਰ ਕਿਹੜਾ ਵਾਟਰ ਲੈਣਾ ਚਾਹੀਦਾ? It's a tricky thing these days, ਕਿਉਂਕਿ ਸੱਚੀ ਇਹ ਪਹਿਲਾਂ ਨਹੀਂ ਹੁੰਦਾ ਸੀ. ਆਪਾਂ ਡਾਇਰੈਕਟ ਪਾਣੀ ਪੀਂਦੇ ਸੀਗੇ. ਸਾਡਾ ਕੋਲ ਸਪਲਾਈ ਸੀ ਗਰਾਊਂਡ ਵਾਟਰ ਦੀ ਵੀ ਆ ਜਾਂਦੀ ਸੀ, ਟਿਊਬਵੈਲ ਤੋਂ ਘਰਾਂ 'ਚ ਪਾਣੀ ਆਉਂਦਾ ਸੀਗਾ. ਬਟ ਐਜ਼ ਟਾਈਮ ਅੱਜ ਦੀ ਡੇਟ ਦੇ ਵਿੱਚ RO ਇੰਪੋਰਟੈਂਟ ਹੋ ਗਿਆ ਹੈ, ਕਿਉਂਕਿ we are getting contaminants ਬਹੁਤ ਸਾਰੇ ਆਉਂਦੇ ਨੇ. ਬਟ ਅਗੇਨ ਹੇਅਰ ਵੀ ਕੈਨ ਚੈੱਕ, ਬਿਕੋਜ਼ RO ਦਾ ਵਿੱਚ ਇੱਕ TDS ਸਿਸਟਮ ਹੁੰਦਾ ਹੈ ਨਾ, TDS ਹੈ ਨਾ, ਉਹਨਾਂ ਦਾ ਉਹ ਕਿੰਨਾ ਤੁਸੀਂ ਸੈੱਟ ਕਰਾਇਆ ਹੈ. ਬਿਕੋਜ਼ ਅਗਰ ਉਹ ਬਹੁਤ ਤੁਹਾਡਾ ਹਾਈ ਸੈੱਟ ਹੈ ਤਾਂ ਵੀ ਨੁਕਸਾਨ ਹੈ, ਬਹੁਤ ਲੋ ਹੈ ਤਾਂ ਵੀ ਹੈ. ਉਹਦਾ ਇੱਕ ਰੇਂਜ ਹੁੰਦੀ ਹੈ. ਗੈਟ ਅ ਨੌਲੇਜ ਅਬਾਊਟ ਦੈਟ ਕਿ ਉਸ ਰੇਂਜ ਦੇ ਵਿੱਚ ਸੈੱਟ ਹੋਣਾ ਚਾਹੀਦਾ. then your water is not filtered with all the nutrients. ਮੈਮ ਅੱਜ ਕੱਲ੍ਹ ਕਾਪਰ ROs ਆ ਰਹੇ ਆ. ਹਾਂ, ਕਾਪਰ ਇਜ਼ ਆਲਸੋ ਬਿਕੋਜ਼ ਹੈਲਥ ਮਾਰਕੀਟ ਕੋ ਇੰਨੀ ਵੱਧ ਚੁੱਕੀ ਹੈ, ਲੋਕਾਂ ਦੇ ਵਿੱਚ ਅਵੇਅਰਨੈਸ ਇੰਨੀ ਵੱਧ ਚੁੱਕੀ ਹੈ ਨਾ. ਇਹਦੇ ਵਿੱਚ ਵੀ ਇਹ ਪੂਰਾ ਆਪਣਾ ਇੱਕ ਟੌਪਿਕ ਹੈ ਕਾਪਰ ਵਾਟਰ ਇਜ਼ ਅ ਟੌਪਿਕ ਇਨ ਇਟਸੈਲਫ. ਬਹੁਤ ਲੋਕ ਸੋਚਦੇ ਨੇ ਕਿ ਐਵਰੀ ਟਾਈਮ ਕਾਪਰ ਵਾਟਰ, ਪੂਰੇ ਟਾਈਮ ਕਾਪਰ ਦਾ ਪਾਣੀ ਪੀਣਾ ਹੈਲਦੀ ਨਹੀਂ ਹੁੰਦਾ, ਰਾਈਟ? ਇਟ ਇਜ਼ ਸਮ ਟਾਈਮ when you should consume a limited quantity of water. or copper ਵਾਲਾ ਪਾਣੀ ਪੀਣ ਤੋਂ ਬਾਅਦ ਆਪਾਂ ਕੁਝ ਹੋਰ ਪੀਣਾ ਨਹੀਂ ਹੁੰਦਾ. there's a time in the morning when you can have that. ਔਰ ਹੋਰ ਵੀ ਪੁਆਇੰਟਸ ਨੇ, ਬਟ ਆਈ ਮਸਟ ਟੈਲ ਯੂ ਕਿ ਪੂਰੇ ਟਾਈਮ ਕਾਪਰ ਬੋਟਲ ਕੈਰੀ ਕਰਕੇ ਉਹਦਾ ਪਾਣੀ ਪੀਣਾ ਇਜ਼ ਨਾਟ ਹੈਲਦੀ. ਹੋਰ ਯੈਸ, ਸੌਣ ਤੋਂ 2 ਤੋਂ 3 ਘੰਟਾ ਪਹਿਲਾਂ ਤੁਹਾਡਾ ਡਿਨਰ ਹੋ ਜਾਣਾ ਚਾਹੀਦਾ ਹੈ. ਔਰ ਦੁੱਧ ਦਾ ਗੈਪ ਡਿਨਰ 'ਚੋਂ ਐਟਲੀਸਟ 2 ਘੰਟੇ ਦਾ ਹੋਣਾ ਚਾਹੀਦਾ ਹੈ. ਅਗਰ ਤੁਸੀਂ 7:30 ਵਜੇ ਡਿਨਰ ਕੀਤਾ ਹੈ ਅਤੇ ਤੁਸੀਂ 9:30 ਵਜੇ ਦੁੱਧ ਪੀ ਸਕਦੇ ਹੋ ਔਰ 10 10:30 ਤੱਕ ਸੌ ਸਕਦੇ ਹੋ. ਦਿਸ ਸ਼ੁੱਡ ਬੀ ਦਾ ਆਈਡਲ ਟਾਈਮ. ਅਗਰ ਤੁਸੀਂ ਬਹੁਤ ਲੇਟ ਖਾਣਾ ਖਾਧਾ ਤਾਂ ਡੈਫੀਨੇਟਲੀ ਤੁਸੀਂ ਦੁੱਧ ਨਹੀਂ ਪੀ ਸਕਦੇ. ਇਟ ਵਿਲ ਨਾਟ ਗੈਟ ਡਾਈਜੈਸਟਡ. ਯੈਸ, ਐਨੀ ਅਦਰ ਥਿੰਗ?
ना बहुत खाते हैं पर लगता नहीं. How will you test your criteria? Do you check your criteria of health with your weight? मैं अगेन ਤੁਹਾਨੂੰ ਦੱਸਿਆ आयुर्वेद ने किया है कि we have different body types. Sometimes we are into the body frame. Vata body frame can never gain weight. Can never gain weight. कैसे कहिए कि बहुत मोटा हो जाएगा कभी, या कफा body type will turn into a zero frame. ਇਹ ਵੀ ਬਹੁਤ ਮੁਸ਼ਕਿਲ ਹੁੰਦਾ ਤੇ ਇਹ different ਚੀਜ਼ਾਂ ਹੁੰਦੀਆਂ ਨੇ. The thing is that the criteria of health is that ਤੁਹਾਡਾ body mass index basically that is much more relevant criteria ਕਿ ਤੁਹਾਡਾ height and weight ratio ਕੀ ਹੈ. Keep that in account. ਉਹ ਜ਼ਿਆਦਾ better ਹੁੰਦਾ ਹੈਗਾ. ਕੱਲਾ weight is not a criteria for your health. ਹਾਂਜੀ. All done? All clear? All clear. Right. Okay, it was nice interacting with you all. I hope ਕਿ ਕੁਝ ਚੀਜ਼ਾਂ ਮੇਰੀਆਂ ਗੱਲਾਂ ਤੁਹਾਡੇ ਮਾਈਂਡ 'ਚ ਵਿਚਰਦੀਆਂ ਰਹਿਣਗੀਆਂ ਜਦੋਂ ਤੁਸੀਂ ਉਹ ਚੀਜ਼ਾਂ ਕਰ ਰਹੇ ਹੋਵੋਗੇ about your diet and lifestyle, and it will help you. Looking forward for more interactions. Thank you so much.